हाँ बेटे, मैं ਤੁਹਾਨੂੰ ਕਰਾ ਰਹੀ ਹਾਂ ਅਲਕੋਹਲ ਫਿਨੋਲਸ ਵਾਲਾ ਚੈਪਟਰ। ਇਹਦੇ ਵਿੱਚ ਨੋਮਨਕਲੇਚਰ ਤੇ ਆਈਸੋਮਰਿਜ਼ਮ ਤੁਸੀਂ ਕਰਨੀ ਹੈ, ਪੇਪਰ ਦੇ ਵਿੱਚ ਆ ਜਾਂਦੀ ਹੈ ਨੋਮਨਕਲੇਚਰ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਰਾ ਰਹੀ ਹਾਂ ਸਟਰਕਚਰ ਆਫ ਕੰਪਾਊਂਡਸ ਕੰਟੇਨਿੰਗ OH ਗਰੁੱਪ। ਸਟਰਕਚਰ ਆਫ ਕੰਪਾਊਂਡਸ ਕੰਟੇਨਿੰਗ OH ਗਰੁੱਪ। ਤਾਂ ਇਹਦੇ ਵਿੱਚ ਕੀ ਹੈਗਾ ਕਿ ਉਹਨਾਂ ਕੰਪਾਊਂਡਸ ਦੀ ਸਟਰਕਚਰ ਕੀ ਹੁੰਦੀ ਹੈ ਜਿਨ੍ਹਾਂ ਦੇ ਵਿੱਚ OH ਗਰੁੱਪ ਹੁੰਦਾ। ਤਾਂ ਆਪਣੇ ਕੋਲ ਜਿਸ ਤਰ੍ਹਾਂ ਤੁਸੀਂ ਅਲਕੋਹਲ ਲੈ ਲਓ CH3OH ਮਿਥਾਈਲ ਅਲਕੋਹਲ, ਇਹਦਾ IUPAC ਨੇਮ ਹੈ ਮਿਥੇਨੋਲ। ਤਾਂ ਇਹਦੇ ਵਿੱਚ ਆਪਣੇ ਕੋਲ ਕੀ ਹੈਗਾ, ਇੱਕ ਤਾਂ ਕਾਰਬਨ ਅਤੇ ਦੂਸਰਾ ਆਕਸੀਜਨ। ਇਹਨਾਂ ਦੇ ਦੋਵਾਂ ਦੇ sp3 ਜਿਹੜੇ ਬੌਂਡ ਆਪਸ ਵਿੱਚ ਹਾਈਬ੍ਰਿਡਾਈਜ਼ ਕਰਦੇ ਹੈ। ਤਾਂ ਇਹਦੇ 'ਚ ਹਾਈਬ੍ਰਿਡੇਸ਼ਨ ਜਿਹੜੀ ਆ ਉਹ ਕਿਹੜੀ ਹੁੰਦੀ ਹੈ, sp3 ਹਾਈਬ੍ਰਿਡੇਸ਼ਨ। ਠੀਕ ਹੈ। ਤਾਂ ਕਾਰਬਨ ਤੁਹਾਨੂੰ ਪਤਾ ਹੀ ਹੈ ਮਿਥੇਨ ਦੇ ਵਿੱਚ ਜਿਹੜੀ ਹੈਗੀ ਹੈ sp3 ਹਾਈਬ੍ਰਿਡੇਸ਼ਨ ਹੁੰਦੀ ਹੈ CH3। ਅਤੇ ਇਹਦੇ ਵਿੱਚ ਆਪਣੇ ਕੋਲ ਜਿਹੜਾ ਹੈਗਾ ਸਿਗਮਾ ਬੌਂਡ ਬਣ ਰਿਹਾ ਕਾਰਬਨ ਅਤੇ ਆਕਸੀਜਨ ਦੇ ਵਿੱਚ sp3 ਹਾਈਬ੍ਰਿਡੇਸ਼ਨ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈਗੀ ਹੈ, ਆਕਸੀਜਨ ਜਿਹੜੀ ਹੈਗੀ ਆ ਉਹਦੇ ਕੋਲ 2 ਲੋਨ ਪੇਅਰ ਪਏ ਹੋਏ ਹੈ ਅਤੇ OH ਇੱਕ ਬੌਂਡ ਜਿਹੜਾ ਹੈਗਾ ਹੋਰ ਸਿਗਮਾ ਬੌਂਡ ਹੈਗਾ। ਅਤੇ ਬਾਕੀ CH3 ਇਹ ਤੁਹਾਨੂੰ ਪਤਾ ਹੀ ਹੈ ਜਿਹੜੀ CH3 ਤਿੰਨੋਂ ਸਿਗਮਾ ਬੌਂਡ ਜਿਹੜੀ ਆਪਣੇ ਕੋਲ ਬਣੀ ਹੋਈ ਹੈ। ਤਾਂ ਆਕਸੀਜਨ 'ਤੇ 2 ਇਲੈਕਟ੍ਰੋਨ ਪੇਅਰ ਪਈ ਹੈ ਕਿਉਂਕਿ ਆਕਸੀਜਨ ਦਾ ਐਟੋਮਿਕ ਨੰਬਰ ਕਿੰਨਾ ਹੈਗਾ 8। ਆਕਸੀਜਨ ਨੇ 2 ਬੌਂਡ ਬਣਾ ਲਏ, ਇੱਕ ਕਾਰਬਨ ਦੇ ਨਾਲ ਇੱਕ ਆਕਸੀਜਨ ਦੇ ਨਾਲ। ਅਤੇ ਜਿਹੜੇ ਬਾਕੀ 4 ਇਲੈਕਟ੍ਰੋਨਸ ਪੇਅਰ ਹੈਗੇ 1s2 2s2 2p4 1s2 2s2 2p4। ਆਪਾਂ 1s2 ਨੂੰ ਕੰਸੀਡਰ ਨਹੀਂ ਕਰਾਂਗੇ। ਠੀਕ ਹੈ। ਅਤੇ ਫਿਰ ਸੈਕਿੰਡ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈਗੇ ਆ 6 ਦੇ ਵਿੱਚੋਂ ਇੱਕ ਇਲੈਕਟ੍ਰੋਨ ਨੇ ਕਾਰਬਨ ਨਾਲ ਬੌਂਡ ਬਣਾ ਲਿਆ, ਦੂਜੇ ਇਲੈਕਟ੍ਰੋਨ ਨੇ ਹਾਈਡਰੋਜਨ ਨਾਲ ਬੌਂਡ ਬਣਾ ਲਿਆ ਅਤੇ 2 ਲੋਨ ਪੇਅਰ ਜਿਹੜੇ ਹੈਗੇ ਆ ਪਈ ਹੋਈ ਹੈ। ਇਹ ਜਿਹੜੇ 2 ਲੋਨ ਪੇਅਰ ਹੈ ਉਹ ਆਕਸੀਜਨ 'ਤੇ ਪਈ ਹੋਈ ਹੈ। ਠੀਕ ਹੈ। ਤਾਂ ਹੁਣ ਆਪਣੇ ਕੋਲ ਕੀ ਹੈਗਾ, ਇਹ ਜਿਹੜਾ ਬੌਂਡ ਐਂਗਲ ਹੈਗਾ ਕਾਰਬਨ ਆਕਸੀਜਨ ਹਾਈਡਰੋਜਨ ਇਹ ਹੈਗਾ 108.9 ਡਿਗਰੀ। ਕਾਰਬਨ ਆਕਸੀਜਨ ਬੌਂਡ ਲੈਂਥ ਜਿਹੜੀ ਹੈਗੀ ਉਹ ਕਿੰਨੀ ਹੈਗੀ ਹੈ 142 ਪਿਕੋਮੀਟਰ। ਆਕਸੀਜਨ ਹਾਈਡਰੋਜਨ ਬੌਂਡ ਲੈਂਥ ਕਿੰਨੀ ਹੈਗੀ 96। ਇਹ ਜਿਹੜਾ ਆਪਣੇ ਕੋਲ ਬੌਂਡ ਹੈਗਾ ਇਹ ਕੀ ਹੈਗਾ ਥੋੜ੍ਹਾ ਜਿਹਾ ਘੱਟ ਹੈ। ਟੈਟਰਾਹੈਡਰਲ ਐਂਗਲ ਕਿੰਨਾ ਹੁੰਦਾ 109 ਡਿਗਰੀ 28 ਹੁੰਦਾ, ਬਟ ਇਸ ਕੇਸ 'ਚ ਕਿੰਨਾ ਹੈਗਾ 100। ਇਹ ਘੱਟ ਕਿਉਂ ਹੈਗਾ, ਬੌਂਡ ਐਂਗਲ ਘੱਟ ਕਿਉਂ ਹੈ, ਡਿਊ ਟੂ ਲੋਨ ਪੇਅਰ ਰਿਪਲਸ਼ਨਸ। ਜੇ ਇੱਥੇ ਲੋਨ ਪੇਅਰ ਨਾ ਹੁੰਦੇ ਤਾਂ ਬੌਂਡ ਕਿੰਨਾ ਹੋਣਾ ਸੀਗਾ 109.28 ਹੋਣਾ ਸੀਗਾ। ਓਕੇ। ਤਾਂ ਆਪਣੇ ਕੋਲ ਇਹ ਜਿਹੜਾ OH ਬੌਂਡ ਹੈਗਾ ਫਿਨੋਲ ਦੇ ਕੇਸ ਦੇ ਵਿੱਚ ਕਿਹਦੇ ਨਾਲ ਅਟੈਚ ਹੁੰਦਾ ਹੈਗਾ, ਬੈਂਜ਼ੀਨ ਰਿੰਗ ਦੇ ਨਾਲ। ਕਿਹਦੇ ਨਾਲ ਅਟੈਚ ਹੁੰਦਾ, ਬੈਂਜ਼ੀਨ ਰਿੰਗ ਦੇ ਨਾਲ ਅਟੈਚ ਹੁੰਦਾ। ਇਸ ਕੇਸ ਦੇ ਵਿੱਚ ਜਿਹੜਾ COH ਬੌਂਡ ਜਿਹੜਾ ਉਹ ਕਿੰਨਾ ਹੈਗਾ 109 ਡਿਗਰੀ ਹੈਗਾ। ਬੌਂਡ ਲੈਂਥ ਕਿੰਨੀ ਹੈਗੀ ਹੈ 136 ਪਿਕੋਮੀਟਰ। ਠੀਕ ਹੈ। ਤਾਂ ਇਹਦੇ ਵਿੱਚ ਆਪਣੇ ਕੋਲ ਕੀ ਹੈਗਾ, ਹੁਣ ਕਾਰਬਨ ਆਕਸੀਜਨ ਆਪਸ ਵਿੱਚ ਬੌਂਡ ਬਣਾ ਰਹੀ ਹੈ। ਤਾਂ ਜਿਹੜੀ ਆਕਸੀਜਨ ਹੈ ਉਹ ਆਪਾਂ ਨੂੰ ਪਤਾ ਹੈ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ। ਠੀਕ ਹੈ। ਅਤੇ ਆਕਸੀਜਨ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ, ਇਸ ਕਰਕੇ ਇਹ ਕੀ ਕਰੂਗੀ, ਇਹ ਲੋਨ ਪੇਅਰ ਆਫ ਇਲੈਕਟ੍ਰੋਨਸ ਨੂੰ ਕੀ ਕਰੂਗੀ ਆਪਣੇ ਵੱਲ ਖਿੱਚ ਲੂਗੀ। ਨੀਚੇ ਦੇਖੋ ਲਿਖਿਆ ਹੋਇਆ CH3OH ਆਕਸੀਜਨ 'ਤੇ ਡੈਲਟਾ ਨੈਗੇਟਿਵ ਚਾਰਜ ਆ ਜਾਊਗਾ। ਹਾਈਡਰੋਜਨ ਨਾਲੋਂ ਵੀ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ, ਹਾਈਡਰੋਜਨ 'ਤੇ ਡੈਲਟਾ ਪੋਜ਼ੀਟਿਵ ਚਾਰਜ ਆ ਜਾਊਗਾ। ਕਾਰਬਨ 'ਤੇ ਵੀ ਕੀ ਆ ਜਾਊਗਾ ਡੈਲਟਾ ਪੋਜ਼ੀਟਿਵ ਚਾਰਜ। ਅਤੇ ਜੇ ਆਪਾਂ ਇਹ ਡਾਈਪੋਲ ਮੂਵਮੈਂਟ, ਇਸ ਕਰਕੇ ਇਹ ਡਾਈਪੋਲ ਮੂਵਮੈਂਟ ਸ਼ੋ ਕਰੂਗੀ। ਜਿਹੜੇ ਵੀ ਇਲੈਕਟ੍ਰੋਨੈਗੇਟਿਵ ਐਲੀਮੈਂਟਸ ਹੁੰਦੇ ਆ ਉਹ ਕੀ ਸ਼ੋ ਕਰਦੇ ਆ ਡਾਈਪੋਲ ਮੂਵਮੈਂਟ। ਤਾਂ ਡਾਈਪੋਲ ਮੂਵਮੈਂਟ ਮਿਊ ਕਿੰਨਾ ਆ ਗਿਆ 1.71 ਡਾਇਓਪਟ ਡੀ। ਤਾਂ ਇਨ ਕੰਪੈਰੀਜ਼ਨ ਦੇ ਵਿੱਚ ਫਿਨੋਲ ਜਿਹੜਾ ਹੈਗਾ ਉਹਦਾ ਸਮਾਲਰ ਡਾਈਪੋਲ ਮੂਵਮੈਂਟ ਹੁੰਦਾ 1.54 ਦੈਨ ਮਿਥੇਨੋਲ। ਇਹ ਕਿਉਂ ਹੁੰਦਾ, ਦਿਸ ਇਜ਼ ਡਿਊ ਟੂ ਦੀ ਰੀਜ਼ਨ ਦੈਟ ਜਿਹੜਾ ਕਾਰਬਨ ਆਕਸੀਜਨ ਬੌਂਡ ਹੈਗਾ ਉਹ ਲੈਸ ਪੋਲਰ ਹੁੰਦਾ। ਅਲਕੋਹਲ ਦੇ ਵਿੱਚ CH3OH ਦੇ ਵਿੱਚ ਇਹ ਵਾਲਾ ਬੌਂਡ ਕੀ ਹੁੰਦਾ ਲੈਸ ਪੋਲਰ ਹੁੰਦਾ। ਕਿਉਂ, ਡਿਊ ਟੂ ਇਲੈਕਟ੍ਰੋਨ ਵਿਡਰਿੰਗ। ਕਿਉਂਕਿ ਇੱਧਰ ਤਾਂ ਆਕਸੀਜਨ ਖਿੱਚ ਰਹੀ ਹੈ ਨਾ ਇਲੈਕਟ੍ਰੋਨ, ਉਹਦੇ ਵਿੱਚ ਜਿਹੜੀ ਬੈਂਜ਼ੀਨ ਰਿੰਗ ਆ ਉਹ ਵੀ ਇਲੈਕਟ੍ਰੋਨ ਵਿਡਰਾਇੰਗ ਹੈਗੀ ਹੈ। ਤਾਂ ਇਸ ਕਰਕੇ ਉਹਦੇ 'ਤੇ ਜ਼ਿਆਦਾ ਪੋਜ਼ੀਟਿਵ ਚਾਰਜ ਨਹੀਂ ਆਉਂਦਾ। ਔਨ ਦੀ ਅਦਰ ਹੈਂਡ CO ਬੌਂਡ ਇਨ ਮਿਥੇਨੋਲ ਇਜ਼ ਮੋਰ ਪੋਲਰ ਡਿਊ ਟੂ ਇਲੈਕਟ੍ਰੋਨ ਡੋਨੇਟਿੰਗ ਇਫੈਕਟ ਆਫ ਮਿਥਾਈਲ ਗਰੁੱਪ। ਮਿਥਾਈਲ ਗਰੁੱਪ ਆਪ ਵੀ ਇਲੈਕਟ੍ਰੋਨ ਡੋਨੇਟਿੰਗ ਹੈ। ਅਤੇ ਬੈਂਜ਼ੀਨ ਰਿੰਗ ਕੀ ਹੈਗੀ ਇਲੈਕਟ੍ਰੋਨ, ਇਹ ਤੁਹਾਨੂੰ ਕੁਐਸਚਨ ਆ ਸਕਦਾ ਆਊਟ ਆਫ ਮਿਥੇਨੋਲ ਐਂਡ ਫਿਨੋਲ ਵਿਚ ਇਜ਼ ਮੋਰ ਪੋਲਰ ਮੋਲੀਕਿਊਲ। ਤਾਂ ਕਿਹੜਾ ਮੋਰ ਪੋਲਰ ਮੋਲੀਕਿਊਲ ਹੈ ਮਿਥੇਨੋਲ। ਇਹ ਤਾਂ ਹੋ ਗਈ ਸਟਰਕਚਰ ਆਫ ਬੌਂਡ। ਤਾਂ ਇਹ ਪੋਲਰ ਬੌਂਡ ਹੈ। ਠੀਕ ਹੈ। ਉਸ ਤੋਂ ਬਾਅਦ ਆ ਕੇ ਆਪਣੇ ਕੋਲ ਮੈਥਡਸ ਆਫ ਪ੍ਰੈਪਰੇਸ਼ਨ ਆਫ ਅਲਕੋਹਲਸ। ਤਾਂ ਆਪਾਂ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ ਅਲਕੋਹਲ ਕਾਹਦੇ ਤੋਂ ਤਿਆਰ ਕਰ ਸਕਦੇ ਹਾਂ, ਹੈਲੋ ਅਲਕੇਨ ਤੋਂ।
ਕਾਹਦੇ ਤੋਂ ਤਿਆਰ ਕਰ ਸਕਦੇ ਹਾਂ, ਹੈਲੋ ਅਲਕੇਨ ਤੋਂ। ਇਹ ਆਪਾਂ ਪਿੱਛੇ ਵੀ ਰਿਐਕਸ਼ਨ ਪੜ੍ਹੀ ਸੀ ਹੈਲੋ ਅਲਕੇਨਸ ਦੇ ਵਿੱਚ, ਹੈਲੋ ਅਲਕੇਨਸ ਦੀਆਂ ਕੈਮੀਕਲ ਰਿਐਕਸ਼ਨਸ ਵਿੱਚ ਪੜ੍ਹੀ ਸੀ। ਹੈਲੋ ਅਲਕੇਨ RX ਨੂੰ ਜਦੋਂ ਆਪਾਂ KOH ਜਾਂ ਸੋਡੀਅਮ ਹਾਈਡਰੋਕਸਾਈਡ ਨਾਲ ਰਿਐਕਸ਼ਨ ਕਰਾਵਾਂਗੇ ਜਾਂ ਸਿਲਵਰ ਹਾਈਡਰੋਕਸਾਈਡ ਦੇ ਨਾਲ, ਤਾਂ ਆਪਣੇ ਕੋਲ ਕੀ ਬਣ ਜੂਗੀ, X ਨੂੰ ਰਿਪਲੇਸ, ਆਪਾਂ ਇਹ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਕੀਤੀਆਂ ਸੀ ਅਲਕਾਈਲ ਹੈਲਾਈਡਸ ਦੀਆਂ, X ਨੂੰ ਰਿਪਲੇਸ ਕਰਕੇ OH। ਤੁਹਾਨੂੰ ਇਹਦੇ ਮੈਂ 2 ਮੈਕੈਨਿਜ਼ਮ ਵੀ ਗੱਲ ਕਰਾਈ ਸੀ, SN1 SN2, ਠੀਕ ਹੈ। ਤਾਂ ਇਹ ਆਪਣੇ ਕੋਲ ਕੀ ਬਣ ਗਿਆ, ROH ਬਣ ਗਿਆ, ਅਲਕੋਹਲ ਬਣ ਗਿਆ। X ਨੂੰ ਨਿਕਲ ਗਿਆ ਬਾਹਰ, ਉਹ K ਨਾਲ ਕੰਬਾਈਨ ਕਰ ਗਿਆ, KX ਬਣ ਗਿਆ। ਤਾਂ ਦਿਸ ਇਜ਼ ਵਨ ਮੈਥਡ ਆਫ ਪ੍ਰੈਪਰੇਸ਼ਨ। ਤਾਂ ਜਿਹੜੀਆਂ ਪ੍ਰਾਇਮਰੀ ਹੈਲੋ ਅਲਕੇਨਸ ਹੈ ਉਹ ਜ਼ਿਆਦਾ ਗੁੱਡ ਯੀਲਡ ਦਿੰਦੀਆਂ, ਟਰਸ਼ਰੀ ਹੈਲੋ ਅਲਕੇਨਸ ਜਿਹੜੀਆਂ ਹੈਗੀਆਂ ਉਹ ਮੇਨਲੀ ਅਲਕੀਨਸ ਡਿਊ ਟੂ ਡੀਹਾਈਡਰੋਲੇਸ਼ਨ। ਸੈਕੰਡਰੀ ਜਿਹੜੀਆਂ ਹੈਲੋ ਅਲਕੇਨਸ ਹੈ ਮਿਕਸਚਰ ਆਫ ਅਲਕੋਹਲਸ। ਜਿਹੜੀਆਂ ਟਰਸ਼ਰੀ ਮਤਲਬ ਹੈਗੀਆਂ ਨਾ ਹੈਲੋ ਅਲਕੇਨ, ਜਿਵੇਂ CH3C CH3CH3B ਆਦਿ, ਨੀਚੇ ਦੇਖੋ ਰਿਐਕਸ਼ਨ ਜਿਹੜੀਆਂ ਲਾਸਟ ਵਾਲੀ ਇਸ ਰਿਐਕਸ਼ਨ ਹੈਗੀ ਆ, ਤਾਂ ਇਹ ਜਿਹੜੀਆਂ ਕੀ ਦਿੰਦੀਆਂ ਹੈਗੀਆਂ ਆਪਣੇ ਕੋਲ, ਅਲਕੀਨਸ, ਅਲਕੋਹਲਸ ਨਹੀਂ ਬਣਦੀਆਂ। KOH ਨਾਲ ਕੀ ਬਣਾਉਂਦੀਆਂ, ਟਰਸ਼ਰੀ ਹੈਲੋ ਅਲਕੇਨਸ ਕੀ ਬਣਾਉਂਦੇ ਆ, ਅਲਕੀਨਸ। ਅਤੇ ਪ੍ਰਾਇਮਰੀ ਕੀ ਬਣਾਉਂਦੇ ਆ, ਅਲਕੋਹਲਸ। ਅਤੇ ਸੈਕੰਡਰੀ ਕੀ ਬਣਾਉਂਦੀ ਹੈ, ਮਿਕਸਚਰ ਆਫ ਅਲਕੀਨਸ ਐਂਡ ਅਲਕੋਹਲਸ। ਠੀਕ ਹੈ, ਰਿਐਕਸ਼ਨ ਆ ਗਈ ਸਾਰਿਆਂ ਨੂੰ, ਪਹਿਲੀ ਰਿਐਕਸ਼ਨ ਆ ਗਈ ਸਾਰਿਆਂ ਨੂੰ, ਅਲਕੋਹਲ ਬਣ ਗਈ ਆਪਣੇ ਕੋਲ। ਅਲਕੋਹਲ ਬਣਾਉਣੀ ਆ ਮਤਲਬ ਜਿਹਦੇ 'ਚ OH ਲੱਗਿਆ ਹੋਇਆ, X ਨੂੰ ਹਟਾ ਕੇ OH ਲੱਗ ਗਿਆ, ਅਤੇ OH ਆਊਗਾ ਕਿੱਥੋਂ, KOH ਤੋਂ ਆਊਗਾ ਜਾਂ ਸਿਲਵਰ ਹਾਈਡਰੋਕਸਾਈਡ ਤੋਂ ਆਊਗਾ, AgOH ਤੋਂ ਆਊਗਾ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਬਾਈ ਰਿਡਕਸ਼ਨ। ਸੈਕਿੰਡ ਮੈਥਡ ਹੈਗਾ ਬਾਈ ਰਿਡਕਸ਼ਨ ਆਫ ਐਲਡੀਹਾਈਡਸ ਐਂਡ ਕੀਟੋਨਸ। ਤਾਂ ਆਪਣੇ ਕੋਲ ਕੀ ਹੈਗੇ ਆ, ਐਲਡੀਹਾਈਡ ਹੈਗੇ ਆ। ਐਲਡੀਹਾਈਡ ਦੇ ਵਿੱਚ ਆਪਣਾ ਐਲਡੀਹਾਈਡ ਦਾ ਫਾਰਮੂਲਾ ਤੁਹਾਨੂੰ ਪਤਾ ਹੀ ਹੈ, RCHO। ਐਲਡੀਹਾਈਡ ਕੀ ਹੁੰਦੇ ਆ, R ਮੀਨਸ ਕੋਈ ਅਲਕਾਈਲ ਗਰੁੱਪ, ਉਹ ਮਿਥਾਈਲ ਹੋ ਸਕਦਾ, CH3 ਹੋ ਸਕਦਾ, ਇਥਾਈਲ ਹੋ ਸਕਦਾ, C2H5 ਹੋ ਸਕਦਾ, ਠੀਕ ਹੈ। ਹੁਣ ਆਪਣੇ ਕੋਲ ਐਲਡੀਹਾਈਡ ਹੈਗਾ, ਅਤੇ ਆਪਾਂ ਨੂੰ ਇਹਦੇ ਵਿੱਚ ਕੀ ਚਾਹੀਦਾ ਅਲਕੋਹਲ ਬਣਾਉਣ ਵਾਸਤੇ, ਦੇਖੋ ਆਪਾਂ ਨੂੰ ਚਾਹੀਦਾ RCH2OH। ਇੱਕ ਹਾਈਡਰੋਜਨ CH ਨਾਲ ਚਾਹੀਦੀ ਹੈ, ਇੱਕ O ਨਾਲ ਚਾਹੀਦੀ ਹੈ, 2 ਹਾਈਡਰੋਜਨ ਆਪਾਂ ਐਡ ਕਰਨੀ ਹੈ। ਜਦੋਂ ਕਿਸੇ ਚੀਜ਼ 'ਚ ਹਾਈਡਰੋਜਨ ਐਡ ਹੁੰਦੀ ਹੈ ਤਾਂ ਅਸੀਂ ਉਹਨੂੰ ਕਹਿੰਦੇ ਹਾਂ ਰਿਡਕਸ਼ਨ। ਅਸੀਂ ਉਹਨੂੰ ਕੀ ਕਹਿੰਦੇ ਹਾਂ, ਰਿਡਕਸ਼ਨ। ਤਾਂ ਇਹ ਆਪਾਂ ਕਹਾਂਗੇ ਬਾਈ ਰਿਡਕਸ਼ਨ ਆਫ ਐਲਡੀਹਾਈਡਸ ਐਂਡ ਕੀਟੋਨਸ। ਤਾਂ ਆਪਣੇ ਕੋਲ ਜਿਹੜੀਆਂ ਐਲਡੀਹਾਈਡਸ ਹੈਗੀਆਂ ਉਹ ਕੀ ਦੇਣਗੇ ਆਪਾਂ ਨੂੰ, ਐਲਡੀਹਾਈਡਸ ਗਿਵ ਪ੍ਰਾਇਮਰੀ ਅਲਕੋਹਲਸ। ਐਲਡੀਹਾਈਡਸ ਦੀ ਜਦੋਂ ਆਪਾਂ ਰਿਡਕਸ਼ਨ ਕਰਾਂਗੇ, ਰਿਡਕਸ਼ਨ ਹਮੇਸ਼ਾ ਕਾਹਦੀ ਪ੍ਰੈਜ਼ੈਂਸ ਹੁੰਦੀ ਹੈ, ਜਾਂ ਤਾਂ ਨਿਕਲ ਆਪਣੇ ਕੋਲ ਹਾਈਡਰੋਜਨ ਇਨ ਦੀ ਪ੍ਰੈਜ਼ੈਂਸ ਆਫ ਨਿਕਲ, ਪਲੈਟੀਨਮ ਔਰ ਪਲੈਡੀਅਮ। ਇਹ ਹਮੇਸ਼ਾ ਯਾਦ ਰੱਖਣਾ ਹੈ, ਜਿਹੜੀ ਰਿਡਕਸ਼ਨ ਹੈ ਉਹ ਕਾਹਦੀ ਪ੍ਰੈਜ਼ੈਂਸ 'ਚ ਹੁੰਦੀ ਹੈ, ਨਿਕਲ, ਪਲੈਟੀਨਮ ਔਰ ਪਲੈਡੀਅਮ, ਜਾਂ ਸੋਡੀਅਮ ਇਥਾਈਲ ਅਲਕੋਹਲ ਦੀ ਪ੍ਰੈਜ਼ੈਂਸ 'ਚ ਹੁੰਦੀ ਹੈ, ਠੀਕ ਹੈ। ਜਾਂ ਇੱਕ ਹੋਰ ਹੈਗਾ ਰਿਡਿਊਸਿੰਗ ਏਜੰਟ, ਹੋਰ ਵੀ ਹੈਗੇ ਆ, ਲਿਥੀਅਮ ਐਲੂਮੀਨੀਅਮ ਹਾਈਡਰਾਈਡ ਜਾਂ ਸੋਡੀਅਮ ਬੋਰੋਹਾਈਡਰਾਈਡ। ਜਿਨ੍ਹਾਂ 'ਚ ਵੀ ਜ਼ਿਆਦਾ ਸਾਰੀ ਹਾਈਡਰੋਜਨ ਹੁੰਦੀ ਹੈ ਨਾ, ਉਹ ਸਾਰੇ ਕੀ ਕਰਦੇ ਹੈਗੇ ਆ, ਰਿਡਕਸ਼ਨ ਕਰਦੇ ਆ। ਤਾਂ ਆਪਣੇ ਕੋਲ ਕੀ ਬਣ ਜੂਗਾ, RCH2OH, ਹਾਈਡਰੋਜਨ ਐਡ ਹੋ ਜੂਗੀ ਐਲਡੀਹਾਈਡ ਦੇ ਨਾਲ। ਇਸੇ ਤਰ੍ਹਾਂ ਐਲਡੀਹਾਈਡ RCHO ਪਲੱਸ ਹਾਈਡਰੋਜਨ ਨਿਕਲ ਔਰ ਪਲੈਟੀਨਮ ਦੀ ਪ੍ਰੈਜ਼ੈਂਸ ਵਿੱਚ, ਠੀਕ ਹੈ, ਜਾਂ ਲਿਥੀਅਮ ਐਲੂਮੀਨੀਅਮ ਹਾਈਡਰਾਈਡ CH3CH2OH, ਹਾਈਡਰੋਜਨ ਐਡ ਹੋ ਗਈ ਨਾ, ਠੀਕ ਹੈ। ਇਹਨੂੰ ਆਪਾਂ ਕਹਾਂਗੇ ਰਿਡਕਸ਼ਨ। ਇਹ ਤਾਂ ਹੋ ਗਈ ਐਲਡੀਹਾਈਡ। ਇਹਦੇ ਤੋਂ ਆਪਣੇ ਕੋਲ ਪ੍ਰਾਇਮਰੀ ਅਲਕੋਹਲ ਬਣ ਗਈ ਇਥੇਨੋਲ। ਉਸ ਤੋਂ ਬਾਅਦ ਆਪਾਂ ਜੇ ਕੀਟੋਨ ਦੀ ਰਿਡਕਸ਼ਨ ਕਰਾਂਗੇ, ਕੀਟੋਨ ਦਾ ਫਾਰਮੂਲਾ ਆਉਂਦਾ ਤੁਹਾਨੂੰ, ਕੀਟੋਨ ਹੁੰਦੇ ਆ RC⋯OR', ਮਤਲਬ ਸੈਂਟਰ 'ਚ C⋯O ਹੁੰਦਾ, ਅਤੇ ਲੈਫਟ ਅਤੇ ਰਾਈਟ ਦੋਨਾਂ ਸਾਈਡ 'ਤੇ ਕੀ ਲੱਗੇ ਹੁੰਦੇ ਆ, ਅਲਕਾਈਲ ਗਰੁੱਪ। ਕੀ ਲੱਗੇ ਹੁੰਦੇ ਆ, ਅਲਕਾਈਲ। ਅਲਕਾਈਲ ਗਰੁੱਪ ਸੇਮ ਵੀ ਹੋ ਸਕਦੇ ਆ, ਜੇ ਸੇਮ ਹੋਣ ਤਾਂ RCOR ਹੋਊਗਾ, ਡਿਫਰੈਂਟ ਵੀ ਹੋ ਸਕਦੇ ਆ। ਮਤਲਬ R ਦਾ ਮਤਲਬ ਮਿਥਾਈਲ ਹੋ ਸਕਦਾ, R' ਦਾ ਮਤਲਬ ਇਥਾਈਲ ਹੋ ਸਕਦਾ, ਡਿਫਰੈਂਟ ਵੀ ਹੋ ਸਕਦੇ ਆ। ਪਲੱਸ ਹਾਈਡਰੋਜਨ ਹੋਊਗੀ ਇਹਨਾਂ ਨਾਲ ਵੀ, ਅਤੇ ਹਾਈਡਰੋਜਨ ਜਿਹੜੀ ਆ ਉਹ ਕਾਹਦੀ ਪ੍ਰੈਜ਼ੈਂਸ 'ਚ ਹੋਊਗੀ, ਸੋਡੀਅਮ ਇਥਾਈਲ ਅਲਕੋਹਲ ਦੀ ਪ੍ਰੈਜ਼ੈਂਸ 'ਚ ਹੋਊਗੀ, ਜਾਂ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਜਾਂ ਸੋਡੀਅਮ ਬੋਰੋਹਾਈਡਰਾਈਡ ਦੀ ਪ੍ਰੈਜ਼ੈਂਸ 'ਚ ਹੋਊਗੀ। ਤਾਂ ਆਪਣੇ ਕੋਲ ਕੀ ਬਣ ਜੂਗਾ, RC ਦੇ ਨਾਲ O ਲੱਗਿਆ ਹੋਇਆ ਨਾ, ਉਹਦੇ ਨਾਲ H ਲੱਗ ਜੂਗਾ, C ਦੇ ਨਾਲ ਵੀ H ਲੱਗ ਜੂਗਾ, ਅਤੇ R'। ਹੁਣ ਇਹ ਆਪਣੇ ਕੋਲ ਕਿਹੜੀ ਅਲਕੋਹਲ ਬਣੀ, ਸੈਕੰਡਰੀ ਅਲਕੋਹਲ। ਜੇ OH ਸੈਕੰਡਰੀ ਕਾਰਬਨ ਨੂੰ ਲੱਗਿਆ ਹੋਵੇ ਤਾਂ ਸੈਕੰਡਰੀ ਅਲਕੋਹਲ। ਕਿਹੜੀ ਅਲਕੋਹਲ ਹੈ, ਤਾਂ ਇਹਦੀ ਐਗਜ਼ਾਮਪਲ ਦੇਖੋ, R ਦੀ ਵੈਲਿਊ ਪੁੱਟ ਕਰਤੀ CH3, R' ਦੀ ਵੀ ਸੇਮ ਹੀ ਪੁੱਟ ਕਰਤੀ CH3, ਅਤੇ C⋯O ਹੈਗਾ, ਕੀਟੋਨ ਹੋ ਗਿਆ ਇਹ, ਠੀਕ ਹੈ। ਪਲੱਸ ਹਾਈਡਰੋਜਨ ਕਰਤੀ, ਨਿਕਲ ਔਰ ਪਲੈਟੀਨਮ ਜਾਂ ਸੋਡੀਅਮ ਬੋਰੋਹਾਈਡਰਾਈਡ ਦੀ ਪ੍ਰੈਜ਼ੈਂਸ 'ਚ ਰਿਡਕਸ਼ਨ ਕਰਤੀ, ਕਾਰਬਨ ਦੇ ਨਾਲ ਇੱਕ ਹਾਈਡਰੋਜਨ ਆ ਗਿਆ, ਇੱਕ ਹਾਈਡਰੋਜਨ ਆਕਸੀਜਨ ਦੇ ਨਾਲ ਆ ਗਿਆ। ਤਾਂ ਆਪਣੇ ਕੋਲ ਕੀ ਬਣ ਗਿਆ, ਇਹ 3 ਸੈਕੰਡਰੀ ਅਲਕੋਹਲ ਬਣ ਗਈ। ਤਾਂ ਇਹਨੂੰ ਅਸੀਂ ਆਈਸੋਪ੍ਰੋਪਾਈਲ ਅਲਕੋਹਲ ਵੀ ਕਹਿੰਦੇ ਹਾਂ, 3 ਕਾਰਬਨ ਹੈ ਨਾ, ਆਈਸੋਪ੍ਰੋਪਾਈਲ ਅਲਕੋਹਲ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਕੀ ਆ ਗਈ,
ਜਿਹੜੀਆਂ ਟਰਸ਼ਰੀ ਅਲਕੋਹਲਸ ਹੈਗੀਆਂ ਕੈਨ ਨਾਟ ਬੀ ਓਬਟੇਨਡ, ਟਰਸ਼ਰੀ ਅਲਕੋਹਲਸ ਨਹੀਂ ਮਿਲਦੀਆਂ ਆਪਾਂ ਨੂੰ, ਐਲਡੀਹਾਈਡ ਤੋਂ ਪ੍ਰਾਇਮਰੀ ਮਿਲਣਗੀਆਂ ਅਤੇ ਕੀਟੋਨਸ ਤੋਂ ਸੈਕੰਡਰੀ ਅਲਕੋਹਲ, ਅਤੇ ਆਪਾਂ ਇਸ ਮੈਥਡ ਦੇ ਨਾਲ ਆਪਾਂ ਨੂੰ ਟਰਸ਼ਰੀ ਅਲਕੋਹਲਸ ਨਹੀਂ ਮਿਲਣਗੀਆਂ। ਠੀਕ ਹੈ, ਉਸ ਤੋਂ ਬਾਅਦ ਆਪਾਂ ਕੋਲ ਥਰਡ ਆ ਗਿਆ। ਹੁਣ ਆਪਾਂ ਐਲਡੀਹਾਈਡ ਦੀ ਰਿਡਕਸ਼ਨ ਕਰਤੀ, ਕੀਟੋਨ ਦੀ ਰਿਡਕਸ਼ਨ ਕਰਤੀ, ਹੁਣ ਆਪਾਂ ਕਿਹਦੀ ਰਿਡਕਸ਼ਨ ਕਰਨੀ ਹੈ? ਕਾਰਬੋਸਿਲਿਕ ਐਸਿਡਸ ਦੀ। ਕਿਹਦੀ ਕਰਨੀ ਹੈ? ਕਾਰਬੋਸਿਲਿਕ ਐਸਿਡਸ ਐਂਡ ਐਸਟਰਸ। ਤੇ ਕਾਰਬੋਸਿਲਿਕ ਐਸਿਡ ਦਾ ਫਾਰਮੂਲਾ ਹੁੰਦਾ RC ਡਬ, ਇਹ ਤੁਹਾਨੂੰ ਫਾਰਮੂਲੇ ਸਾਰੇ +1 ਚ ਸੀਗੇ, ਤੁਹਾਨੂੰ ਆਉਣੇ ਚਾਹੀਦੇ ਹੈ ਨਾ। RCOOH, ਇਹ ਕਾਰਬੋਸਿਲਿਕ ਐਸਿਡ ਹੋ ਗਿਆ। ਹੁਣ ਆਪਾਂ ਕਾਰਬੋਸਿਲਿਕ ਐਸਿਡ ਜਿਹੜੇ ਹੈਗੇ ਆ, ਜੇ ਆਪਾਂ ਇਹਦੀ ਰਿਡਕਸ਼ਨ ਕਰਾਂਗੇ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਦੀ ਕਰਾਂਗੇ, ਨਾਲ ਰਿਡਕਸ਼ਨ ਕਰਾਂਗੇ ਤਾਂ ਆਪਣੇ ਕੋਲ ਫਿਰ ਇਨ ਦੀ ਪ੍ਰੈਜ਼ੈਂਸ ਆਫ ਵਾਟਰ, ਤਾਂ ਆਪਣੇ ਕੋਲ ਕੀ ਬਣ ਜੂਗਾ? RCH2OH। ਕੀ ਬਣ ਜੂਗਾ? RCH2OH। ਠੀਕ ਹੈ, ਤੇ ਇਹ ਆਪਣੇ ਕੋਲ ਮਾਈਨਸ ਵਾਟਰ ਹੋ ਜੂਗਾ। ਉਸ ਬਾਅਦ ਦੇਖੋ CH3COOH, ਲਿਥੀਅਮ ਐਲੂਮੀਨੀਅਮ ਹਾਈਡਰਾਈਡ ਵਾਟਰ CH3, ਆਰ ਦੀ ਵੈਲਿਊ CH3 ਪੁੱਟ ਕਰਤੀ, CH3 ਜਿਹੜਾ ਕਾਰਬਨ ਹੈਗੀ ਹੈ ਨਾ COOH ਵਾਲੀ, ਉਹਦੇ ਤੋਂ ਕੀ ਬਣ ਗਿਆ? CH2। ਕੀ ਬਣ ਗਿਆ? CH2OH। ਉਹਦੇ ਨਾਲ H ਹੈਗਾ ਹੀ ਹੈ, CH2 ਲੱਗ ਗਿਆ। ਸਮਝ ਲੱਗੀ? ਇਹ ਤਾਂ ਹੋ ਗਏ ਮਤਲਬ ਐਸਿਡਸ ਤੋਂ ਅਲਕੋਹਲ ਬਣ ਗਈ। ਅਲਕੋਹਲ ਮਤਲਬ ਸਾਰਿਆਂ ਨਾਲ OH ਆ ਜਾਊਗਾ। ਹੁਣ ਆਪਣੇ ਕੋਲ ਐਸਟਰ ਆ ਗਿਆ। ਐਸਟਰ ਦਾ ਫਾਰਮੂਲਾ ਪਤਾ ਕੀ ਹੁੰਦਾ? RCOOR', C ਡਬਲ ਬੌਂਡ O ਸਿੰਗਲ ਬੌਂਡ O, ਇਹ ਐਸਟਰ ਦਾ ਫਾਰਮੂਲਾ ਹੁੰਦਾ। ਠੀਕ ਹੈ, ਇਹ ਫੰਕਸ਼ਨਲ ਗਰੁੱਪ ਤੁਹਾਨੂੰ ਆਉਣੇ ਚਾਹੀਦੇ ਆ। ਮਤਲਬ ਫੰਕਸ਼ਨਲ ਗਰੁੱਪ ਸਭ ਨਾਲ ਪਹਿਲਾਂ ਆਪਾਂ ਹੈਲੋ ਅਲਕੇਨ ਕੀਤਾ। ਹੈਲੋ ਅਲਕੇਨ ਦਾ ਫੰਕਸ਼ਨਲ ਗਰੁੱਪ ਕਿਹੜਾ ਹੁੰਦਾ? X ਮਤਲਬ ClBrFI, ਕੋਈ ਵੀ ਹੈਲੋਜਨ। ਉਸ ਤੋਂ ਬਾਅਦ ਆਪਾਂ ਅਲਕੋਹਲ ਕਰਦੇ ਹਾਂ। ਅਲਕੋਹਲ 'ਚ ਐਕਸ ਦਾ ਅਲਕੋਹਲ 'ਚ ਆਪਣੇ ਕੋਲ ਫੰਕਸ਼ਨਲ ਗਰੁੱਪ ਕਿਹੜਾ ਹੁੰਦਾ? OH। ਕਿਹੜਾ ਹੁੰਦਾ? OH। ਅਤੇ ਐਲਡੀਹਾਈਡ ਦਾ ਫੰਕਸ਼ਨਲ ਗਰੁੱਪ ਕੀ ਹੁੰਦਾ? CHO। ਅਤੇ ਉਸ ਤੋਂ ਬਾਅਦ ਆਪਣੇ ਕੋਲ ਐਸਿਡ ਦਾ ਫੰਕਸ਼ਨਲ ਗਰੁੱਪ ਕੀ ਹੁੰਦਾ? COOH। ਅਤੇ ਕੀਟੋਨ ਦਾ ਫੰਕਸ਼ਨਲ ਗਰੁੱਪ ਕੀ ਹੁੰਦਾ? C ਡਬਲ ਬੌਂਡ O। ਅਤੇ ਆਪਣੇ ਕੋਲ ਐਸਟਰ ਦਾ ਫੰਕਸ਼ਨਲ ਗਰੁੱਪ ਕੀ ਹੁੰਦਾ? COO। ਹਾਂ, COO। ਤਾਂ ਆਪਣੇ ਕੋਲ ਦੋਵਾਂ ਪਾਸੇ R ਅਤੇ R' ਲੱਗਿਆ ਹੋਊਗਾ, RCOOR'। ਅਤੇ ਇਹਦੀ ਵੀ ਆਪਾਂ ਰਿਡਕਸ਼ਨ ਕਰਾਂਗੇ ਲਿਥੀਅਮ ਐਲੂਮੀਨੀਅਮ ਹਾਈਡਰਾਈਡ LiAlH4 ਵਾਟਰ ਦੀ ਪ੍ਰੈਜ਼ੈਂਸ ਵਿੱਚ, ਜਾਂ ਸੋਡੀਅਮ ਇਥਾਈਲ ਅਲਕੋਹਲ ਦੀ ਪ੍ਰੈਜ਼ੈਂਸ 'ਚ ਰਿਡਕਸ਼ਨ ਕਰਾਂਗੇ, ਤਾਂ ਆਪਣੇ ਕੋਲ RC ਤੋਂ ਬਣ ਜੂਗਾ CH2OH। ਠੀਕ ਹੈ, ਹੁਣ ਇਹਦੇ ਇਹ ਟੁੱਟ ਜੂਗਾ ਮੋਲੀਕਿਊਲ। ਇਹਦੇ ਵਿੱਚ ਇੱਕ R' ਵੀ ਸੀ ਨਾ, R' ਨਾਲ ਵੀ O ਲੱਗਿਆ ਸੀਗਾ। ਇੱਕ O ਤਾਂ ਕਾਰਬਨ ਨਾਲ ਚਲਾ ਜਾਊਗਾ, ਦੂਸਰਾ O ਕਿੱਧਰ ਚਲਾ ਜਾਊਗਾ? R'। ਇਹਦੇ ਵਿੱਚ ਹੁਣ ਆਪਣੇ ਕੋਲ ਦੋ ਤਰ੍ਹਾਂ ਦੀਆਂ ਮਿਕਸਚਰ ਆਫ ਅਲਕੋਹਲਸ ਮਿਲੂਗਾ ਆਪਾਂ ਨੂੰ, RCH2OH ਪਲੱਸ R'OH। ਦੋ ਤਰ੍ਹਾਂ ਦੀਆਂ ਅਲਕੋਹਲਸ ਆਪਾਂ ਨੂੰ ਮਿਲ ਗਈਆਂ। ਲਿਖਿਆ ਨਾ ਮਿਕਸਚਰ ਆਫ ਅਲਕੋਹਲਸ। ਇਹਦੀ ਐਗਜ਼ਾਮਪਲ ਦੇਖੋ। ਹੁਣ R ਦੀ ਵੈਲਿਊ CH3 ਪੁੱਟ ਕਰ ਦਿਓ, R' ਦੀ ਵੈਲਿਊ ਵੀ CH3 ਪੁੱਟ ਕਰ ਦਿਓ, ਤਾਂ ਆਪਣੇ ਕੋਲ ਕੀ ਬਣ ਜੂਗਾ? ਇਹ ਜਿਹੜਾ CH3C ਡਬਲ ਬੌਂਡ ਉਹ ਇੱਕ ਕਾਰਬਨ ਨਾਲ ਚਲਾ ਜਾਊਗਾ ਹੈ ਨਾ, ਦੋਵਾਂ ਵਿੱਚੋਂ ਜਿਹਦੇ ਨਾਲ ਮਰਜੀ। ਤਾਂ CH3CH2 ਬਣ ਗਿਆ, ਉਹਦੇ ਤੋਂ ਨਾਲ OH ਹੋ ਗਿਆ। ਰਿਡਕਸ਼ਨ ਹੋ ਗਈ ਨਾ, ਕਾਰਬਨ ਨਾਲ ਵੀ ਹਾਈਡਰੋਜਨ ਲੱਗ ਗਿਆ, ਆਕਸੀਜਨ ਨਾਲ ਵੀ ਹਾਈਡਰੋਜਨ ਲੱਗ ਗਿਆ, ਪਲੱਸ ਜਿਹੜਾ ਦੂਜਾ ਹੈਗਾ CH3OH। ਤਾਂ ਇਹ ਆਪਣੇ ਕੋਲ ਕੀ ਹੈਗਾ? ਇਸ ਵੈਰੀ ਇੰਪੋਰਟੈਂਟ ਰਿਐਕਸ਼ਨ ਹੈ, ਰਿਡਕਸ਼ਨ ਆਫ ਐਲਡੀਹਾਈਡਸ, ਕੀਟੋਨਸ ਐਂਡ ਐਸਟਰਸ। ਆਪਾਂ ਪਹਿਲਾਂ ਐਲਡੀਹਾਈਡ ਦੀ ਰਿਡਕਸ਼ਨ ਕੀਤੀ, ਫਿਰ ਕੀਟੋਨ ਦੀ ਕੀਤੀ, ਹੁਣ ਆਪਾਂ ਐਸਟਰ ਦੀ ਕੀਤੀ ਵਿਦ ਸੋਡੀਅਮ ਐਂਡ ਅਲਕੋਹਲ। ਹੋਰ ਕੋਈ ਨਹੀਂ, ਲਿਥੀਅਮ ਐਲੂਮੀਨੀਅਮ ਹਾਈਡਰਾਈਡ ਵਾਲੀ ਨਹੀਂ, ਵਿਦ ਸੋਡੀਅਮ ਐਂਡ ਅਲਕੋਹਲ ਇਜ਼ ਨੋਨ ਐਜ਼ ਬੋਵੇ ਬਲੈਂਕ ਰਿਡਕਸ਼ਨ, ਜਾਂ ਬਵੋਲਟ ਬਲੈਂਕ ਰਿਡਕਸ਼ਨ ਵੀ ਕਹਿ ਸਕਦੇ ਹਾਂ। ਵੈਸੇ ਐਂਟੀ ਸਾਈਲੈਂਟ ਹੁੰਦਾ, ਬੋਵੇ ਬਲੈਂਕ ਰਿਡਕਸ਼ਨ ਆਪਾਂ ਕਹਿੰਦੇ ਹਾਂ। ਓਕੇ, ਬਾਈ ਨੇਮ ਤੁਹਾਨੂੰ ਆ ਸਕਦੀ ਹੈ ਇਹ ਵਾਲੀ ਰਿਐਕਸ਼ਨ, ਮਤਲਬ ਰਾਈਟ ਬੋਵੇ ਬਲੈਂਕ ਰਿਡਕਸ਼ਨ। ਤਾਂ ਐਲਡੀਹਾਈਡ ਕੀਟੋਨ ਦੀ ਆਪਾਂ ਸੋਡੀਅਮ ਇਥਾਈਲ ਅਲਕੋਹਲ ਨਾਲ ਰਿਡਕਸ਼ਨ ਕਰਨੀ ਹੈ। ਉਸ ਤੋਂ ਬਾਅਦ ਆਪਾਂ ਕਿਵੇਂ ਬਣਾਉਣੀ ਹੈਗੀ ਆ? ਫਰੋਮ ਗ੍ਰਿਗਨਾਰਡ ਰੀਐਜੈਂਟ। ਫਰੋਮ ਗ੍ਰਿਗਨਾਰਡ ਰੀਐਜੈਂਟ ਪਤਾ ਕੀ ਹੁੰਦਾ ਵਾ? RMGX। ਗ੍ਰਿਗਨਾਰਡ ਰੀਐਜੈਂਟ ਦਾ ਫਾਰਮੂਲਾ ਯਾਦ, ਬਟ ਜੇ ਤੁਹਾਨੂੰ ਫਾਰਮੂਲੇ ਹੁਣ ਮੈਂ ਬੋਲ ਰਹੀ ਹਾਂ, ਤੁਹਾਨੂੰ ਸਮਝ ਲੱਗ ਰਹੀ ਹੈ, ਥੋੜ੍ਹੀ ਦੇਰ ਬਾਅਦ ਤੁਸੀਂ ਘਰ ਜਾਓਗੇ ਭੁੱਲ ਜਾਣਗੇ ਵੀ ਮੈਡਮ ਨੇ ਕੀ ਦੱਸਿਆ ਸੀ, ਐਲਡੀਹਾਈਡ ਕੀ ਦੱਸਿਆ ਸੀ, ਕੀਟੋਨ ਕੀ ਦੱਸਿਆ ਸੀ, ਗ੍ਰਿਗਨਾਰਡ ਰੀਐਜੈਂਟ। ਤੁਸੀਂ ਜਦੋਂ ਮੈਂ ਜਾਊਂਗੀ ਨਾ, ਇੱਕ ਦੂਜੇ ਨਾਲ ਡਿਸਕਸ਼ਨ ਕਰਕੇ ਇੱਕ ਦੂਜੇ ਨੂੰ ਲਿਖਾ ਦਿਓ ਫਾਰਮੂਲੇ ਸਾਰੇ। ਠੀਕ ਹੈ, ਤਾਂ ਇਹ ਆਪਣੇ ਕੋਲ ਕੀ ਹੈਗਾ? ਗ੍ਰਿਗਨਾਰਡ ਰੀਐਜੈਂਟ ਦਾ ਫਾਰਮੂਲਾ ਹੁੰਦਾ RMGX। ਇਹ ਗ੍ਰਿਗਨਾਰਡ ਦੇ ਸਾਇੰਟਿਸਟ ਦੇ ਨਾਮ 'ਤੇ ਹੀ ਹੈ, ਸਾਇੰਟਿਸਟ ਨੇ ਮਤਲਬ ਇਹ ਬਣਾਇਆ ਸੀਗਾ। ਤਾਂ ਇਹ ਗ੍ਰਿਗਨਾਰਡ ਰੀਐਜੈਂਟ ਤੋਂ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ ਅਲਕੋਹਲ ਫਿਨੋਲ? ਆਪਾਂ ਜੇ ਗ੍ਰਿਗਨਾਰਡ ਰੀਐਜੈਂਟ ਨੂੰ ਐਲਡੀਹਾਈਡ ਕੀਟੋਨਸ ਦੇ ਐਸਟਰ ਦੇ ਨਾਲ ਰਿਐਕਸ਼ਨ ਕਰਾ ਦਈਏ। ਕਿਹਦੇ ਨਾਲ ਰਿਐਕਸ਼ਨ ਕਰਾ ਦਈਏ?
हाँ आप फोर्थ रिएक्शन करते हैं तो चाहे एल्ਡੀहाइड है चाहे कीटोन है कोई भी हैगा ਤਾਂ ਉਹਦੇ ਵਿੱਚ ਜਾਂ ਐਸਟਰ ਹੈ ਉਹ ਸਾਰਿਆਂ ਵਿੱਚ ਸੀ ਡਬਲ ਬੌਂਡ ਉਹ ਤਾਂ ਹੁੰਦਾ ਹੀ ਹੈ ਨਾ ਐਲਡੀਹਾਈਡ CHO ਸੀ ਡਬਲ ਬੌਂਡ ਉਹ ਤਾਂ ਹੁੰਦਾ ਹੀ ਹੈ ਕੀਟੋਨ ਦੇ ਵਿੱਚ ਵੀ ਸੀ ਡਬਲ ਬੌਂਡ ਹੁੰਦਾ ਐਸਟਰ 'ਚ ਵੀ ਸੀ ਡਬਲ ਬੌਂਡ ਹੁੰਦਾ ਤਾਂ ਆਪਾਂ ਲਿਖ ਲਿਆ ਸੀ ਡਬਲ ਬੌਂਡ O ਪਲੱਸ RMgX ਅਤੇ ਆਪਾਂ ਨੂੰ ਪਤਾ ਹੈ ਜਿਹੜਾ ਆਕਸੀਜਨ ਆ ਉਹ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ ਜਿਹੜਾ ਸੀ ਡਬਲ ਬੌਂਡ O ਹੈ ਜਿਹੜਾ ਉਹ ਆਕਸੀਜਨ ਕੀ ਕਰਦਾ ਉਸ ਬੌਂਡ ਨੂੰ ਆਪਦੇ ਵੱਲ ਅਟਰੈਕਟ ਕਰ ਲੈਂਦਾ ਵਾ ਠੀਕ ਹੈ ਤਾਂ ਆਪਦੇ ਵੱਲ ਅਟਰੈਕਟ ਕਰਦਾ ਤਾਂ ਆਕਸੀਜਨ 'ਤੇ ਕਿਹੜਾ ਚਾਰਜ ਆ ਜਾਂਦਾ ਵਾ ਨੈਗੇਟਿਵ ਜਿਹੜਾ ਆਪਦੇ ਵੱਲ ਇਲੈਕਟ੍ਰੋਨ ਪੇਅਰ ਖਿੱਚ ਲਵੇ ਨਾ ਉਹਦੇ 'ਤੇ ਕਿਹੜਾ ਚਾਰਜ ਆ ਜਾਂਦਾ ਅਤੇ ਕਾਰਬਨ 'ਤੇ ਕਿਹੜਾ ਚਾਰਜ ਆ ਜਾਊਗਾ ਪੋਜ਼ੀਟਿਵ ਤਾਂ ਇਸੇ ਤਰ੍ਹਾਂ ਹੀ ਗ੍ਰਿਗਨਰ ਰੀਜੈਂਟ ਦੇਖੋ MgX 'ਤੇ ਕਿਹੜਾ ਚਾਰਜ ਹੁੰਦਾ ਪੋਜ਼ੀਟਿਵ R 'ਤੇ ਕਿਹੜਾ ਚਾਰਜ ਹੈਗਾ ਇੱਥੇ ਨੈਗੇਟਿਵ ਹੁਣ ਪੋਜ਼ੀਟਿਵ ਨਾਲ ਨੈਗੇਟਿਵ ਲੱਗ ਜੂਗਾ ਨੈਗੇਟਿਵ ਨਾਲ ਕੀ ਲੱਗ ਜੂਗਾ ਪੋਜ਼ੀਟਿਵ ਕਾਰਬਨ 'ਤੇ ਪੋਜ਼ੀਟਿਵ ਚਾਰਜ ਹੈ ਅਤੇ ਕਾਰਬਨ 'ਤੇ ਕੀ ਲੱਗ ਜੂਗਾ R ठीक है तो ऑक्सीजन ते किहड़ा चार्ज है नैगेटिव ओ ते की लग जूगा MgX पॉजिटिव लग जू ओपोजिट चार्जिस अट्रैक्ट ईच अदर ओपोजिट चार्जिस अट्रैक्ट ईच अदर ਤਾਂ ਹੁਣ ਆਪਾਂ ਕੀ ਕਰਾਂਗੇ ਇਸ ਕੰਪਾਊਂਡ ਦਾ ਆਪਾਂ ਹਾਈਡਰੋਲਿਸਿਸ ਕਰ ਦਾਂਗੇ ਮਤਲਬ ਪਾਣੀ ਨਾਲ ਆਪਾਂ ਨੂੰ ਤੋੜ ਦਾਂਗੇ ਤਾਂ ਆਪਣੇ ਕੋਲ ਕੀ ਬਣ ਜੂਗਾ CrO ਤਾਂ MgX ਜਿਹੜਾ ਹੈਗਾ ਬਾਹਰ ਨਿਕਲ ਜੂਗਾ ਇਹਦੀ ਜਗ੍ਹਾ ਕੀ ਲੱਗ ਜੂਗਾ H ਤੇ ਆਪਾਂ ਵਾਟਰ ਐਡ ਕਰਦੇ ਹਾਂ ਨਾ H ਤਾਂ ਇੱਥੇ ਐਡ ਹੋ ਗਿਆ OH ਕਿੱਥੇ ਐਡ ਹੋ ਗਿਆ Mg ਨਾਲ MgOHX ਸਮਝ ਲੱਗੀ ਤਾਂ ਆਪਣੇ ਕੋਲ ਇਹ ਕਾਹਦੀ ਪ੍ਰੈਪਰੇਸ਼ਨ ਹੋ ਗਈ ਅਲਕੋਹਲ ਦੀ ਪ੍ਰੈਪਰੇਸ਼ਨ ਹੋ ਗਈ ਜਿਹੜਾ R ਹੈ ਉਹ ਆਪਣੇ ਕੋਲ ਕਿੱਥੋਂ ਆਇਆ ਅਲਕੋਹਲ ਕਿਹੜੀ ਬਣੀ ਗ੍ਰਿਗਨਾਰਡ ਰੀਜੈਂਟ ਵਾਲੇ R ਵਾਲੀ ਅਲਕਾਈਲ ਗਰੁੱਪ ਜਿਹੜਾ ਉਹ ਕਿਹੜਾ ਹੋਊਗਾ ਗ੍ਰਿਗਨਾਰਡ ਰੀਜੈਂਟ ਵਾਲਾ ਉਹਦੇ ਵਾਲਾ ਨਹੀਂ ਹੋਊਗਾ ਜਿਹੜਾ ਆਪਣੇ ਕੋਲ ਕਾਰਬੋਨਿਲ ਕੰਪਾਊਂਡ ਹੈ ਐਲਡੀਹਾਈਡ ਐਸਟਰ ਵਾਲਾ ਨਹੀਂ ਹੋਊਗਾ ਸਮਝ ਲੱਗੀ ਇਹਦੀ ਐਗਜ਼ਾਮਪਲ ਦੇਖੋ ਅੱਗੋਂ ਬਸ ਤੁਸੀਂ ਵੈਲਿਊਜ਼ ਪੁੱਟ ਕਰਨੀਆਂ ਹੁੰਦੀਆਂ ਠੀਕ ਹੈ ਹੁਣ ਆਪਣੇ ਕੋਲ ਮੈਂ ਕੀ ਕਿ ਆਪਾਂ ਕਾਹਦੀ ਰਿਡਕਸ਼ਨ ਕਰਨੀ ਹੈ ਐਲਡੀਹਾਈਡ ਕੀਟੋਨ ਜਾਂ ਐਸਟਰ ਦੀ ਤਾਂ ਆਪਾਂ ਐਲਡੀਹਾਈਡ ਲੈ ਲਓ ਐਲਡੀਹਾਈਡ ਕਿਹੜਾ ਹੁੰਦਾ RCHO ਨਾ ਤਾਂ R ਦੀ ਵੈਲਿਊ ਆਪਾਂ ਇੱਥੇ ਕਿਹੜੀ ਪੁੱਟ ਕਰਤੀ H R ਦੀ ਵੈਲਿਊ ਆਪਾਂ CH3 ਨਹੀਂ ਪੁੱਟ ਕੀਤੀ R ਦੀ ਵੈਲਿਊ ਆਪਾਂ H ਵੀ ਇੱਥੇ ਪੁੱਟ ਕਰ ਸਕਦੇ ਹਾਂ ਕਿਉਂਕਿ ਇੱਕ ਕਾਰਬਨ ਤਾਂ ਪਹਿਲਾਂ ਹੈਗਾ ਹੀ ਹੈ ਨਾ ਤਾਂ ਇੱਥੇ R ਦੀ ਵੈਲਿਊ H ਪੁੱਟ ਕੀਤੀ ਤਾਂ ਆਪਣੇ ਕੋਲ ਕਿਹੜਾ ਐਲਡੀਹਾਈਡ ਬਣ ਗਿਆ HCHO ਇਹ ਇੱਕ ਕਾਰਬਨ ਵਾਲਾ ਐਲਡੀਹਾਈਡ ਬਣ ਗਿਆ ਇਸ ਕਰਕੇ ਇਹਦਾ ਕੀ ਨਾਮ ਹੈਗਾ ਮਿਥੇਨਲ ਜਿਹੜੇ ਅਲਕੋਹਲਸ ਹੁੰਦੀਆਂ ਓਲਸ ਹੁੰਦੀਆਂ ਐਲਡੀਹਾਈਡਸ ਨੂੰ ਆਪਾਂ ਕੀ ਨਾਮ ਦਿੰਦੇ ਆ ਅਲ ਹੈ ਨਾ ਮਿਥੇਨ E ਹਟਾ ਕੇ AL ਅਲਕੋਹਲ ਹੁੰਦੀਆਂ E ਹਟਾ ਕੇ OL ਤਾਂ ਇਹ ਆਪਣੇ ਕੋਲ ਮਿਥੇਨਲ ਬਣ ਗਿਆ ਇਹਦਾ ਜਨਰਲ ਨੇਮ ਇੰਪੋਰਟੈਂਟ ਨਾਮ ਜਿਹੜਾ ਹੈਗਾ HCHO ਦਾ ਕੀ ਹੈਗਾ ਫਾਰਮੈਲਡੀਹਾਈਡ ਜਨਰਲ ਨਾਮ ਕੀ ਹੈ IUPAC ਨੇਮ ਮਿਥੇਨਲ ਪਲੱਸ ਗ੍ਰਿਗਨਾਰਡ ਰੀਜੈਂਟ ਕਿਹੜਾ ਹੈਗਾ RMgX ਸੀ ਨਾ R ਦੀ ਵੈਲਿਊ CH3 ਪੁੱਟ ਕਰ ਲਈ MgX ਦੀ ਵੈਲਿਊ ਆਪਾਂ Br ਪੁੱਟ ਕਰ ਲਈ X ਮਤਲਬ ਹੁੰਦਾ ਹੈਲੋਜਨ ਕੋਈ ਵੀ ਤਾਂ ਡਰਾਈ ਈਥਰ ਦੀ ਪ੍ਰੈਜ਼ੈਂਸ 'ਚ ਆਪਾਂ ਰਿਐਕਸ਼ਨ ਕਰਾਈ ਤਾਂ ਆਪਣੇ ਕੋਲ ਦੇਖੋ ਕੀ ਬਣ ਗਿਆ ਡਬਲ ਬੌਂਡ O ਟੁੱਟ ਗਿਆ C ਤੇ ਪੋਜ਼ੀਟਿਵ ਚਾਰਜ ਆ ਗਿਆ C ਦੇ ਨਾਲ ਕਿਹੜੀ ਚੀਜ਼ ਅਟੈਚ ਕਰ ਜੂਗੀ R ਮਤਲਬ CH3 ਅਟੈਚ ਕਰ ਗਿਆ ਅਤੇ ਜਿਹੜਾ ਆਪਣੇ ਕੋਲ O 'ਤੇ ਨੈਗੇਟਿਵ ਚਾਰਜ ਆ ਗਿਆ O 'ਤੇ ਪੋਜ਼ੀਟਿਵ ਕਿਹੜੀ ਚੀਜ਼ ਅਟੈਚ ਕਰ ਗਈ MgBr ਅਟੈਚ ਕਰ ਗਿਆ ਫਿਰ ਜਦੋਂ ਆਪਾਂ ਇਹਨੂੰ ਹਾਈਡਰੋਲਿਸਿਸ ਕਰਾਂਗੇ ਤਾਂ ਆਪਣੇ ਕੋਲ ਕੀ ਹੋ ਜੂਗਾ HCHOH MgBr ਬਾਹਰ ਨਿਕਲ ਜੂਗਾ OH ਬਣ ਗਿਆ ਅਤੇ CH3 ਇਹ ਕਿੱਥੋਂ ਆਇਆ CH3 ਗ੍ਰਿਗਨਾਰਡ ਰੀਜੈਂਟ ਤੋਂ ਕਿੱਥੋਂ ਆਇਆ ਤਾਂ ਆਪਣੇ ਕੋਲ ਇਹ ਅਲਕੋਹਲ ਬਣ ਗਈ CH3 CH2OH ਦੋ ਕਾਰਬਨ ਵਾਲੀ ਕਿਹੜੀ ਹੁੰਦੀ ਹੈ ਇਥੇਨੋਲ ਪ੍ਰਾਇਮਰੀ ਅਲਕੋਹਲ ਬਣ ਗਈ ਕਿਹੜੀ ਬਣ ਗਈ ਪ੍ਰਾਇਮਰੀ ਅਲਕੋਹਲ ਬਣ ਗਈ ਇਹ ਜਿਹੜਾ ਫਾਰਮੈਲਡੀਹਾਈਡ ਹੈ ਇਹ ਪ੍ਰਾਇਮਰੀ ਅਲਕੋਹਲ ਦੇਊਗਾ ਫਾਰਮੈਲਡੀਹਾਈਡ ਕੀ ਦੇਊਗਾ ਅਤੇ ਜਿਹੜੇ ਬਾਕੀ ਐਲਡੀਹਾਈਡਸ ਹੈਗੇ ਆ ਫਾਰਮੈਲਡੀਹਾਈਡ ਨੂੰ ਛੱਡ ਕੇ ਉਹ ਕਿਹੜੀ ਅਲਕੋਹਲ ਦੇਣਗੇ ਸੈਕੰਡਰੀ ਉਹ ਕਿਵੇਂ ਹੁਣ ਤੁਸੀਂ ਦੇਖੋ CH3 ਹੁਣ ਤੁਸੀਂ ਜਿਹੜੀ ਵੈਲਿਊ ਸੀ ਨਾ RCHO R ਦੀ ਵੈਲਿਊ ਆਪਾਂ H ਦੀ ਬਜਾਏ ਹੁਣ ਕਿਹੜੀ ਪੁੱਟ ਕਰਤੀ CH3 CHO ਕੀ ਹੁੰਦਾ ਇਥੇਨਲ ਪਲੱਸ CH3 MgBr ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ CH3C ਤਾਂ CH ਤਾਂ ਹੁਣ ਆਪਣੇ ਕੋਲ ਕੀ ਹੋ ਜੂਗਾ CH3 MgBr ਦੋ ਪਾਰਟਸ ਵਿੱਚ ਟੁੱਟ ਜੂਗਾ ਜਿਹੜਾ CH3 ਆ ਉਹ ਕਿੱਥੇ ਅਟੈਚ ਕਰ ਜੂਗਾ ਕਾਰਬਨ ਦੇ ਨਾਲ ਆਕਸੀਜਨ ਨਾਲ ਕਿਹੜੀ ਚੀਜ਼ ਅਟੈਚ ਕਰ ਜੂਗੀ MgBr ਬੇਟੇ ਸਮਝ ਲੱਗ ਰਹੀ ਹੈ ਸਾਰਿਆਂ ਨੂੰ ਹਾਈਡਰੋਲਿਸਿਸ ਕਰਾਂਗੇ ਆਪਾਂ ਪਾਣੀ ਵਾਟਰ ਦੀ ਪ੍ਰੈਜ਼ੈਂਸ ਦੇ ਵਿੱਚ ਤਾਂ ਇਹਦੇ ਨਾਲ ਆਪਣੇ ਕੋਲ O ਦੇ ਨਾਲ ਕੀ ਲੱਗ ਜੂਗਾ H ਅਤੇ OH ਜਿਹੜਾ ਵਾਟਰ ਦਾ ਇੱਕ H ਐਡ ਹੋਣਾ ਇੱਕ OH ਐਡ ਹੋਣਾ H ਜਿਹੜਾ ਉਹ ਕਿੱਥੇ ਐਡ ਹੋ ਗਿਆ O ਦੇ ਨਾਲ OH ਕਿੱਥੇ ਐਡ ਹੋ ਜੂਗਾ MgBr ਦੇ ਨਾਲ ਤਾਂ ਇਹ ਆਪਣੇ ਕੋਲ ਇਹ ਜਿਹੜੀ ਅਲਕੋਹਲ ਹੈ
ਹੁਣ OH ਕਿਹਨੂੰ ਲੱਗਿਆ ਹੋਇਆ, ਕਿਹੜੀ ਕਾਰਬਨ ਨੂੰ ਲੱਗਿਆ, ਪ੍ਰਾਇਮਰੀ ਕਿ ਸੈਕੰਡਰੀ? ਸੈਕੰਡਰੀ। OH ਕਿਹੜੀ ਕਾਰਬਨ ਨੂੰ ਲੱਗਿਆ? ਜਿਹੜੇ ਕਾਰਬਨ ਨੂੰ 2 ਕਾਰਬਨ ਲੱਗੀ ਹੁਣ ਉਹ ਸੈਕੰਡਰੀ ਕਾਰਬਨ ਹੁੰਦਾ ਹੈ, ਇਹ ਸੈਕੰਡਰੀ ਅਲਕੋਹਲ ਬਣ ਗਈ। ਕਿਹੜੀ ਅਲਕੋਹਲ ਬਣ ਗਈ? ਸੈਕੰਡਰੀ। ਤਾਂ ਆਪਣੇ ਕੋਲ ਫਾਰਮੈਲਡੀਹਾਈਡ ਪ੍ਰਾਇਮਰੀ ਅਲਕੋਹਲ ਬਣਾਊਗਾ, ਫਾਰਮੈਲਡੀਹਾਈਡ ਨੂੰ ਛੱਡ ਕੇ ਬਾਕੀ ਸਾਰੇ ਐਲਡੀਹਾਈਡਸ ਕੀ ਬਣਾਉਣਗੇ? ਸੈਕੰਡਰੀ ਅਲਕੋਹਲ ਬਣਾਉਣਗੇ। ਕੀਟੋਨਸ ਆ ਗਿਆ ਨੈਕਸਟ। ਕੀਟੋਨਸ ਜਿਹੜੇ ਹੈਗੇ ਉਹ ਕਿਹੜੀ ਅਲਕੋਹਲ ਬਣਾਉਣਗੇ? ਟਰਸ਼ਰੀ। ਆਪਾਂ ਕੀਟੋਨ ਲੈ ਲਿਆ, ਕੀਟੋਨ ਦਾ ਫਾਰਮੂਲਾ ਆਪਾਂ ਨੂੰ ਪਤਾ ਹੈ RC ਡਬਲ ਬੌਂਡ O R ਡੈਸ਼। R ਦੀ ਵੈਲਿਊ ਆਪਾਂ CH3 ਪੁੱਟ ਕਰਤੀ, R ਡੈਸ਼ ਦੀ ਵੀ ਕੀ ਪੁੱਟ ਕਰਤੀ? CH3 ਪਲੱਸ ਆਪਾਂ ਗ੍ਰਿਗਨਾਰਡ ਰੀਐਜੈਂਟ ਕਰਤਾ CH3 MgBr ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ। C ਦੇ ਨਾਲ ਹੁਣ 2 C ਆਪਣੇ ਕੋਲ ਕੀ ਲੱਗੇ ਹੋਇਆ? C ਦੇ ਨਾਲ ਇੱਕ CH3 ਲੱਗ ਗਿਆ ਨਾ, OMgBr। ਇਹਦਾ ਹਾਈਡਰੋਲਿਸਿਸ ਕਰਤਾ ਆਪਾਂ ਤੇ ਆਪਣੇ ਕੋਲ ਜਿਹੜੀ ਅਲਕੋਹਲ ਮਿਲ ਗਈ ਹੈ ਕਿਹੜੀ ਮਿਲ ਗਈ? ਟਰਸ਼ਰੀ। ਕਿਹੜੀ ਮਿਲ ਗਈ? ਕਿਉਂਕਿ OH ਜਿਹੜੀ ਕਾਰਬਨ ਨੂੰ ਲੱਗਿਆ ਉਹਨੂੰ 3 ਕਾਰਬਨ ਲੱਗੇ ਹੋਏ ਆ, ਇਸ ਕਰਕੇ। ਤਾਂ ਆਪਣੇ ਕੋਲ ਫਾਰਮੈਲਡੀਹਾਈਡ ਤੋਂ ਪ੍ਰਾਇਮਰੀ ਅਲਕੋਹਲ, ਐਲਡੀਹਾਈਡ ਤੋਂ ਸੈਕੰਡਰੀ, ਕੀਟੋਨਸ ਤੋਂ ਤਿੰਨਾਂ ਤਰ੍ਹਾਂ ਦੀਆਂ ਅਲਕੋਹਲਸ ਬਣਾ ਸਕਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਜਿਹੜੇ ਐਸਟਰਸ ਦਾ ਆਪਾਂ ਜੇ ਕਰੀਏ ਇਸ ਤਰ੍ਹਾਂ ਗ੍ਰਿਗਨਾਰਡ ਰੀਐਜੈਂਟ ਨਾਲ ਕਰੀਏ ਤਾਂ ਪ੍ਰਾਇਮਰੀ ਆਪਾਂ ਨੂੰ ਨਹੀਂ ਮਿਲਣਗੀਆਂ। ਕਿਹੜੀਆਂ ਮਿਲਣਗੀਆਂ ਆਪਾਂ ਨੂੰ? ਸੈਕੰਡਰੀ ਐਂਡ ਟਰਸ਼ਰੀ। ਤਾਂ ਉਹ ਦੇਖੋ ਆਪਣੇ ਕੋਲ HC ਡਬਲ ਬੌਂਡ ਆਪਾਂ ਐਸਟਰ ਲੈ ਲੈਣਾ। ਐਸਟਰ ਦਾ ਫਾਰਮੂਲਾ ਤੁਹਾਨੂੰ ਪਤਾ RC ਡਬਲ ਬੌਂਡ O RCOO R ਡੈਸ਼। ਇੱਥੇ ਇੱਕ R ਦੀ ਵੈਲਿਊ ਤਾਂ ਆਪਾਂ ਕੀ ਪੁੱਟ ਕਰ ਲਈ? H ਪੁੱਟ ਕਰ ਲਈ। ਦੂਜੇ R ਦੀ ਆਪਾਂ H ਨਹੀਂ ਪੁੱਟ ਕਰ ਸਕਦੇ। ਜੇ ਦੂਜੇ R ਦੀ ਵੀ H ਪੁੱਟ ਕਰ ਦਈਏ ਤਾਂ ਕੀ ਹੋਊਗਾ? HCOOH। ਉਹ ਕੀ ਬਣ ਜੂਗਾ ਫਿਰ? ਐਸਿਡ। COOH ਤਾਂ ਐਸਿਡ ਬਣ ਗਿਆ, ਫੋਰਮਿਕ ਐਸਿਡ ਬਣ ਜੂ, ਮਿਥੇਨੋਇਕ ਐਸਿਡ ਬਣ ਜੂਗਾ। ਇਸ ਕਰਕੇ ਆਪਾਂ ਦੋਨਾਂ R ਦੀ ਜਿਹੜੀ ਵੈਲਿਊ ਹੈਗੀ H ਨਹੀਂ ਪੁੱਟ ਕਰ ਸਕਦੇ। ਇੱਕ ਦੀ ਤਾਂ H ਪੁੱਟ ਕਰ ਲਓ HCOO, ਦੂਜੇ ਦੀ ਆਪਾਂ ਨੂੰ CH3 ਜਾਂ C2H5 ਪੁੱਟ ਕਰਨੀ ਪਏਗੀ। ਇੱਥੇ C2H5 ਪੁੱਟ ਕੀਤੀ ਹੋਈ ਹੈ। ਤਾਂ ਐਸਟਰ ਦਾ ਫਾਰਮੂਲਾ ਹੁੰਦਾ O8 ਲੱਗਦਾ, ਜਿਵੇਂ ਐਲਡੀਹਾਈਡ 'ਚ ਅਲ ਲੱਗਦਾ ਨਾ, ਐਸਟਰ ਦਾ ਪਿੱਛੇ ਕੀ ਲੱਗਦਾ? O8। ਤਾਂ ਇਹ ਆਪਣੇ ਕੋਲ ਇਥਾਈਲ ਮਿਥੇਨੋਏਟ, ਇਥਾਈਲ C2H5 ਇਥਾਈਲ ਹੋ ਗਿਆ ਤੇ ਉਹ ਇੱਕ ਕਾਰਬਨ ਹੋਰ ਹੈਗੀ ਹੈ ਮਿਥੇਨੋਏਟ। ਸਮਝ ਲੱਗੀ? ਤਾਂ ਇਹਨੂੰ ਹੁਣ ਆਪਾਂ ਕਰਦੇ ਹਾਂ ਗ੍ਰਿਗਨਾਰਡ ਰੀਐਜੈਂਟ ਨਾਲ ਰਿਐਕਸ਼ਨ CH3 MgBr ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ। ਤਾਂ HCO ਦੇ ਨਾਲ MgBr ਲੱਗ ਗਿਆ, C ਦੇ ਨਾਲ ਨੀਚੇ ਆ ਕੇ ਤੁਹਾਨੂੰ ਪਤਾ ਹੀ ਹੈ CH3 ਲੱਗ ਜੂਗਾ। ਫਿਰ ਆਪਾਂ ਇੱਕ ਜਿਹੜਾ ਹੈਗਾ ਕਾਹਦੇ ਨਾਲ ਰਿਐਕਸ਼ਨ ਕਰਾਵਾਂਗੇ? ਆਪਾਂ ਕਾਹਦੇ ਨਾਲ ਰਿਐਕਸ਼ਨ ਕਰਾਉਣੀ ਹੈਗੀ ਹੈ? MgOC2H5 Br। ਤਾਂ ਆਪਣੇ ਕੋਲ ਕੀ ਹੋਊਗਾ? ਇੱਕ ਮਿੰਟ। ਐਸਟਰਸ ਕੈਨ ਬੀ ਕਨਵਰਟਿਡ ਇਨਟੂ ਅਲਕੋਹਲ ਬਾਈ ਟ੍ਰੀਟਿੰਗ ਵਿਦ ਗ੍ਰਿਗਨਾਰਡ ਰੀਐਜੈਂਟ। ਸੈਕੰਡਰੀ ਅਲਕੋਹਲਸ ਕੈਨ ਬੀ ਪ੍ਰੋਡਿਊਸਡ ਬਾਈ ਐਡੀਸ਼ਨ ਆਫ ਗ੍ਰਿਗਨਾਰਡ ਰੀਐਜੈਂਟ ਟੂ ਫਾਰਮ ਰੀਐਜੈਂਟ ਟੂ ਐਸਟਰਸ ਆਫ ਫਾਰਮਿਕ ਐਂਡ ਫਾਲੋਡ ਬਾਈ ਐਸਿਡ ਹਾਈਡਰੋਲਿਸਿਸ। ਆਪਾਂ ਇਹਦਾ ਹਾਈਡਰੋਲਿਸਿਸ ਕਰਾਂਗੇ ਤਾਂ ਆਪਣੇ ਕੋਲ ਕੀ ਬਣ ਜੂਗਾ? HC ਦੇਖੋ CH3 ਨੀਚੇ ਲੱਗਿਆ ਹੋਇਆ ਉਹਨੂੰ ਆਪਾਂ ਸਿੱਧੀ ਲਾਈਨ 'ਚ ਲਿਖ ਲਿਆ। HC ਜਿਹੜਾ OMgBr ਹੈ ਤੇ OC2H5 ਹੈ ਨਾ, ਇਹ ਸਾਰਾ ਕੁਛ ਮਾਈਨਸ ਹੋ ਜਾਊਗਾ। ਇਹ ਆਪਣੇ ਕੋਲ ਜਿਹੜੀ ਚੀਜ਼ ਮਾਈਨਸ ਹੋ ਗਈ ਉਹ ਲਿਖੀ ਹੋਈ ਹੈ ਇਹਦੇ ਉੱਤੇ। ਕੀ ਮਾਈਨਸ ਹੋ ਗਿਆ? MgOC2H5 Br। ਸਮਝ ਲੱਗੀ? ਤਾਂ ਰਹਿ ਕੀ ਗਿਆ? ਹਾਂ, ਇੰਨੀ ਚੀਜ਼ ਰਹਿ ਗਈ। ਤਾਂ ਫਿਰ ਇਹਨਾਂ ਆਪਾਂ ਕੀ ਕਰਾਂਗੇ? ਇੱਕ ਹੋਰ ਐਸਟੈਲਡੀਹਾਈਡ ਬਣ ਗਿਆ ਸੀ ਆਪਣੇ ਕੋਲ। ਇੱਕ ਹੋਰ ਆਪਾਂ CH3 MgBr ਨਾਲ ਰਿਐਕਸ਼ਨ ਕਰਾਵਾਂਗੇ ਤਾਂ ਹੁਣ ਸੇਮ ਹੋ ਗਈ। ਐਲਡੀਹਾਈਡ ਦੀ ਆਪਾਂ ਗ੍ਰਿਗਨਾਰਡ ਰੀਐਜੈਂਟ ਨਾਲ ਕੀਤੀ ਸੀ ਨਾ, ਉਹ ਵਾਲੀ ਸੇਮ ਰਿਐਕਸ਼ਨ ਹੋ ਗਈ। ਤਾਂ ਆਪਣੇ ਕੋਲ ਕੀ ਬਣ ਗਿਆ? ਪ੍ਰੋਪੇਨ 2ol। ਓਕੇ। ਰਿਕਾਰਡਿੰਗ ਚੱਲ ਰਹੀ ਹੈ, ਇਹ ਸਾਰੀ ਗੱਲ ਵਿੱਚ ਰਿਕਾਰਡ ਹੈ। ਹਾਂ ਬੇਟੇ, ਤਾਂ ਤੁਸੀਂ ਅੱਗੇ ਦੇਖੋ ਆਪਾਂ ਕਰਦੇ ਸੀਗੇ ਐਸਟਰਸ ਕਰਦੇ ਸੀਗੇ ਹੈ ਨਾ। ਐਸਟਰਸ ਦੀ ਦੁਬਾਰਾ ਰਿਐਕਸ਼ਨ ਦੇਖੋ HCOOC2H5। ਤਾਂ ਇਹਨੂੰ ਆਪਾਂ ਗ੍ਰਿਗਨਾਰਡ ਰੀਐਜੈਂਟ ਨਾਲ ਕਰਤਾ ਆਪਾਂ CH3 MgBr ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ ਹੋ ਗਿਆ। ਤਾਂ ਇਹ ਆਪਣੇ ਕੋਲ ਕੀ ਬਣ ਗਿਆ ਹੁਣ? O ਦੇ ਨਾਲ MgBr ਲੱਗ ਗਿਆ,
ठीक है। तो सी दे नाल की लग गया CH3 लग गया। तो हुण इहदे विचों आपां की रिमूव कर देना है MgBr तो रिमूव होऊगा, अगे OH जांदा सीगा, हुण OH की बजाय की जाऊगा OC2H5 माइनस हो जाऊगा। तो जिहड़ी चीज़ बाकी रह गई की रह गया HC डबल बॉन्ड OCH3, मतलब आपां एल्डिहाइड बनाना। एल्डिहाइड बना लिया, एल्डिहाइड तो तुहानूं रिएक्शन आंदी होई है, सेम CH3 MgBr नाल करती, तो फिर उदा ही ओ दे नाल MgBr लग गया, सी दे नाल CH3 लग गया, हाइड्रोलिसिस कर दो, उदा ही MgBr OH रिमूव करता, तो अपने कोल की बन गई ये सैकेंडरी अल्कोहल बन गई। की बन गई? सैकेंडरी अल्कोहल बन गई। हो गया। तो ये अपने कोल समरी भी है सेम। ग्रिगनॉड रीजेंट तो आपां की प्राइमरी अल्कोहल किवें बना सकते हैं, सैकेंडरी किवें बना सकते हैं, टर्शरी जिहड़ियां मैं कराइयां सेम रिएक्शन रिपीट है, तुसीं समरी देख लिओ। उस तो बाद आपां की कर सकते हैं, ये तो सीगा आपां एस्टर्स की ग्रिगनॉड रीजेंट नाल रिएक्शन कराई सी। हुण आपां एस्टर्स तो किवें प्रिपेयर कर सकते हैं, जे आपां एस्टर्स का हाइड्रोलिसिस कर दईए। की कर दईए? हाइड्रोलिसिस कर दिए। एस्टर हो गया RCOOR- प्लस सोडियम हाइड्रोक्साइड नाल आपां इहदा की करता हाइड्रोलिसिस करता, तो अपने कोल की बन गया RCOONAR-OH। तो अपने दो आर है ना, एक दी अल्कोहल बन गई, एक दा की बन गया सोडियम। जे RCOOH हुंदा तो एसिड बनना सी, H की बजाय Na है, तो असीं इहनूं कहांगे सोडियम साल्ट ऑफ एसिड। एसिड प्लस अल्कोहल बन गई। ठीक है, मिक्सचर मिल गया आपां नूं एसिड ते अल्कोहल दा। उस तो बाद आ गया ये हुण अपने कोल सारे कार्बोनिल कंपाउंड्स हो गए, एल्डिहाइड, कीटोन, कार्बोसिलिक एसिड, एस्टर्स तो प्रैपरेशन हो गई। हुण आपां काहदे तो करनी हैगी आ? फ्रॉम अल्कीन्स। फ्रॉम अल्कीन्स। तो अल्कीन्स दे विच आपां नूं हुण दोवें चीज़ां चाहीदियां, OH चाहीदा, आपां ऑक्सीजन भी चाहीदी है, तो हाइड्रोजन भी ऐड करनियां पैणगीਆਂ। तो आपां की करांगे? एसिड कैटालाइज्ड हाइड्रेशन ऑफ अल्कीन्स। हाइड्रेशन मीनस वाटर ऐड करांगे। की ऐड करांगे? वाटर। एसिड कैटालाइज्ड मतलब एसिड की प्रैजेंस च एसिड एज ए कैटालिस्ट यूज़ करना है। तो अल्कीन हैगी, इहनूं आपां कहने आ इनडायरैक्ट प्रोसैस। की कहने आ? इनडायरैक्ट प्रोसैस। कंसनट्रेटेड सल्फ्यूरिक एसिड, क्योंकि एसिड कैटालाइज्ड है ना, तो कंसनट्रेटेड सल्फ्यूरिक एसिड की प्रेजेंस। सल्फ्यूरिक एसिड नूं आपां फार्मूला हुंदा H2SO4, तो आपां नूं खोल के लिख लिया OH दे बाहर कढ़ ले, तो आपां लिख लिया OHSO2OH। ये भी सल्फ्यूरिक एसिड है जी, देखो तुसीं कितनियां हाइड्रोजन हो गई, 2 हाइड्रोजन हो गया, H2SO4, 4 ऑक्सीजन हो गई। तो हुण अपने कोल की बन गया CH2 डबल बॉन्ड CH2 खुल जूगा। ठीक है, तो अपने कोल CH जदों ये खुल जूगा डबल बॉन्ड, तो वैलेंसी पूरी करनी है 4, तो CH2 की जगह पर की हो जूगा CH3। CH2 ये नाल अटैच हो जूगा अपने कोल OH, तो एक कार्बन च ऐड हो गया ना, H की बजाय हुण OH की बजाय की रह गया OSO2OH। फिर आप हाइड्रोलिसिस कर देंगे वाटर की। हाइड्रोलिसिस मतलब वाटर की प्रेजेंस आप बॉयल कर देंगे, तो वाटर ऐड हो जाऊगा। तो अपने कोल की है वाटर जो ऐड होगा, तो CH3 CH2OH प्लस सल्फ्यूरिक एसिड दोबारा बन जाऊगा। ठीक है, अल्कोहल मिल गई अपने कोल इथेनॉल। जिहड़ा ये एडिशन होना वै वो सल्फ्यूरिक एसिड का वो किद्दां होऊगा? मार्कोनिकोफ रूल नाल। किद्दां होऊगा? मार्कोनिकोफ रूल नाल होऊगा, क्योंकि जिहड़ी हाइड्रोजन हैगी है वो किधर जाऊगी? जिधर ज़्यादा हाइड्रोजन, क्योंकि 2 चीज़ें ऐड होनी है, एक H ऐड होना है, दूजा की ऐड होना है OSO2OH। तो वो नैगेटिव चार्ज है, H तो पॉजिटिव चार्ज है। जी हाइड्रोजन किधर जाऊगी? जिधर ज़्यादा हाइड्रोजन है। हम CH2 डबल बॉन्ड CH2 है, इधर दोवें पासे सेम है, किधर मर्जी हाइड्रोजन चला जाऊगा, किधर मर्जी OSO2OH चला जाऊगा। ठीक है, जे सेम नहीं हैगा तो फिर किधर हाइड्रोजन जाऊगा? जिधर ज़्यादा हाइड्रोजन है। ये मार्कोनिकोफ रूल है। ठीक है, तो ये मैं कल कराया सीगा। उस तो बाद अपने को आ गया हुण प्रोपीन है, CH3 CH डबल बॉन्ड CH2 प्लस ये आप सल्फ्यूरिक एसिड ऐड करता, HOSO2OH ऐड करता। तो मार्कोनिकोफ रूल के अकॉर्डिंग एडिशन होगा, हाइड्रोजन किधर जाऊगा? जिधर ज़्यादा हाइड्रोजन है, CH3 CH तो ऑक्सीजन वाला पार्ट किधर जाऊगा? जिधर घट हाइड्रोजन है, वो विचकारली कार्बन कोल की जाऊगा OSO2OH। तो CH2 तो की बन गया CH3, क्योंकि हाइड्रोजन क्योंकि इधर 2 हाइड्रोजन है,
ਤਾਂ ਇੱਧਰ ਹਾਈਡਰੋਜਨ ਜਾਊਗਾ, ਤੇ ਜਿੱਧਰ ਘੱਟ ਹਾਈਡਰੋਜਨ ਹੈ CH ਕੋਲ ਇੱਕ ਹਾਈਡਰੋਜਨ ਸੀ, ਉਧਰ ਕੀ ਜਾਊਗਾ ਨੈਗੇਟਿਵ ਪਾਰਟ। ਇਹ ਦਿਸ ਇਜ਼ ਮਾਰਕੋਨੀਕੋਫ ਰੂਲ, ਮੈਂ ਕੱਲ ਸਮਝਾਇਆ ਸੀਗਾ ਨਾ ਕਿ ਜਿਹੜਾ ਮਤਲਬ ਜੇ ਆਪਾਂ ਕਿਸ ਚੀਜ਼ ਦਾ ਐਡੀਸ਼ਨ ਕਰਦੇ ਹਾਂ ਡਬਲ ਬੌਂਡ ਦੇ ਅਕੋਰਡਿੰਗ, ਤਾਂ ਜਿਹੜਾ ਹਾਈਡਰੋਜਨ ਗੋਜ਼ ਟੂ ਦੈਟ ਕਾਰਬਨ ਦੈਟ ਕੰਟੇਨਸ ਮੋਰ ਨੰਬਰ ਆਫ ਹਾਈਡਰੋਜਨ ਐਟਮਸ, ਤੇ ਜਿਹੜਾ ਨੈਗੇਟਿਵ ਪਾਰਟ ਹੈ ਦੈਟ ਗੋਜ਼ ਟੂ ਦੈਟ ਕਾਰਬਨ ਵਿਚ ਕੰਟੇਨਸ ਲੈਸਰ ਨੰਬਰ ਆਫ ਹਾਈਡਰੋਜਨ। ਦਿਸ ਇਜ਼ ਮਾਰਕੋਨੀਕੋਫ ਰੂਲ। ਤਾਂ ਹੁਣ ਇਹ ਐਡੀਸ਼ਨ ਹੋ ਗਿਆ ਸਲਫਿਊਰਿਕ ਐਸਿਡ ਦਾ। ਫਿਰ ਆਪਾਂ ਵਾਟਰ ਦੀ ਪ੍ਰੈਜ਼ੈਂਸ 'ਚ ਦਾ ਹਾਈਡਰੋਲਿਸਿਸ ਕਰ ਦਾਂਗੇ, CH3CHOS, ਜਿਹੜਾ ਆ ਸਾਰਾ ਪਾਰਟ ਹਟ ਕੇ ਇੱਥੇ ਕੀ ਲੱਗ ਜੂਗਾ OH। ਇਹ ਸਲਫਿਊਰਿਕ ਐਸਿਡ ਸਾਨੂੰ ਦੁਬਾਰਾ ਮਿਲ ਜੂਗਾ, ਠੀਕ ਹੈ। ਤੇ ਇਹ ਤਾਂ ਸੀਗਾ ਮਤਲਬ ਆਪਾਂ ਅਲਕੀਨਸ ਤੋਂ ਇਨਡਾਇਰੈਕਟਲੀ ਅਲਕੋਹਲਸ ਕਿਵੇਂ ਬਣਾ ਸਕਦੇ ਹਾਂ। ਇਨਡਾਇਰੈਕਟਲੀ ਮੀਨਸ ਇਨ ਦੀ ਪ੍ਰੈਜ਼ੈਂਸ ਆਫ ਐਸਿਡ। ਆ ਜਿਹੜੀਆਂ ਰਿਐਕਟਿਵ ਅਲਕੀਨਸ ਹੈਗੀਆਂ ਉਹਨਾਂ ਵਿੱਚ ਸਿੱਧੀ ਵੀ ਵਾਟਰ ਦੀ ਐਡੀਸ਼ਨ ਹੋ ਜਾਂਦੀ ਹੈ, ਠੀਕ ਹੈ। ਇਨ ਦੀ ਪ੍ਰੈਜ਼ੈਂਸ ਆਫ ਮਿਨਰਲ ਐਸਿਡ, ਇਨ ਦੀ ਪ੍ਰੈਜ਼ੈਂਸ ਆਫ HCl ਵਗੈਰਾ, ਜੇ ਆਪਾਂ ਇਨ ਦੀ ਪ੍ਰੈਜ਼ੈਂਸ ਆਫ ਮਿਨਰਲ ਐਸਿਡ ਉਹ ਕੈਟਲਿਸਟ ਦਾ ਕੰਮ ਕਰਦੇ ਹਾਂ ਤਾਂ ਸਿੱਧਾ ਮਤਲਬ ਵਾਟਰ ਐਡ ਹੋ ਜਾਊਗਾ। ਜਿਹੜੇ ਇੱਕ ਕਾਰਬਨ ਦੇ ਨਾਲ OH ਐਡ ਹੋ ਜਾਊਗਾ, ਦੂਜੀ ਕਾਰਬਨ ਦੇ ਨਾਲ H। ਵਾਟਰ ਹੁੰਦਾ HOH ਜਾਂ H2O, ਠੀਕ ਹੈ। ਇੱਕ ਕਾਰਬਨ ਦੇ ਨਾਲ ਕੀ ਐਡ ਹੋ ਜਾਊਗਾ H, ਦੂਜੀ ਨਾਲ OH। ਦਿਸ ਇਜ਼ ਵਾਟਰ ਫਾਰਮੂਲਾ H2O। ਤਾਂ ਹੁਣ ਦੇਖੋ ਅਲਕੀਨ ਲੈ ਲਓ CH3CH ਡਬਲ ਬੌਂਡ CH2, ਪ੍ਰੋਪੀਨ ਹੋ ਗਈ ਇਹ, ਪਲੱਸ ਵਾਟਰ H ਪੋਜ਼ਿਟਿਵ ਦੀ ਪ੍ਰੈਜ਼ੈਂਸ ਦੇ ਵਿੱਚ ਆਪਣੇ ਕੋਲ ਕੀ ਬਣ ਗਿਆ CH3CH ਡਬਲ ਬੌਂਡ ਹਟ ਜਾਊਗਾ। ਇੱਕ ਕਾਰਬਨ ਦੇ ਕੋਲ ਹਾਈਡਰੋਜਨ ਜਾਊਗੀ, ਕਿੱਧਰ ਹਾਈਡਰੋਜਨ ਜਾਊਗੀ ਜਿੱਧਰ ਜ਼ਿਆਦਾ, CH3 ਹੋ ਗਿਆ, ਸੈਂਟਰ 'ਚ OH ਲੱਗ ਗਿਆ। ਇਹ ਆਪਣੇ ਕੋਲ ਸੈਕੰਡਰੀ ਅਲਕੋਹਲ ਬਣ ਗਈ। ਕੀ ਬਣ ਗਈ ਸੈਕੰਡਰੀ ਅਲਕੋਹਲ ਬਣ ਗਈ। ਫਿਰ ਨੈਕਸਟ ਅਲਕੀਨਸ ਤੋਂ ਕੀ ਹੈਗਾ ਹਾਈਡਰੋਬੋਰੇਸ਼ਨ ਆਕਸੀਡੇਸ਼ਨ ਰਿਐਕਸ਼ਨ। ਇਹ ਵੀ ਅਲਕੀਨਸ ਤੋਂ ਹੈ। ਅਲਕੀਨਸ ਤੋਂ ਕੀ ਬਣਾ ਰਹੇ ਆਪਾਂ ਅਲਕੋਹਲਸ। ਅਲਕੀਨਸ ਤੋਂ ਕੀ ਬਣਾ ਰਹੇ ਆ ਤਾਂ C ਡਬਲ ਬੌਂਡ C ਅਲਕੀਨ ਹੋ ਗਈ, ਪਲੱਸ ਆਪਾਂ ਕੀ ਕਰਦੇ ਹਾਂ ਹਾਈਡਰੋਬੋਰੇਸ਼ਨ। ਹਾਈਡਰੋਬੋਰੇਸ਼ਨ ਮਤਲਬ ਆਪਾਂ ਇਹਦੇ ਵਿੱਚ ਕੀ ਹੈ ਡਾਈਬੋਰੇਨ B2H6 ਐਡ ਕਰਦੇ ਹਾਂ, ਠੀਕ ਹੈ। ਇਨ ਦੀ ਪ੍ਰੈਜ਼ੈਂਸ ਆਫ THF ਟੈਟਰਾ ਹਾਈਡਰੋਫਿਊਰਾਨ। ਤਾਂ ਆਪਣੇ ਕੋਲ ਕੀ ਬਣ ਗਿਆ ਡਬਲ ਬੌਂਡ ਹਟ ਜੂਗਾ। ਇੱਕ ਕਾਰਬਨ ਦੇ ਨਾਲ H ਐਡ ਹੋ ਗਈ, ਦੂਜੀ ਕਾਰਬਨ ਦੇ ਨਾਲ ਕੀ ਐਡ ਹੋ ਗਈ B ਐਡ ਹੋ ਗਿਆ, ਠੀਕ ਹੈ। ਡਬਲ ਬੌਂਡ ਹਟੂਗਾ ਨਾ ਤਾਂ ਵੈਲੈਂਸੀ ਪੂਰੀ ਕਰਨੀ ਹੈ, 4 ਤਾਂ ਇੱਕ ਹਾਈਡਰੋਜਨ ਐਡ ਹੋ ਗਿਆ, ਇੱਕ B ਐਡ ਹੋ ਗਿਆ। ਫਿਰ ਆਪਾਂ ਇਹਨੂੰ ਕਾਹਦੇ ਨਾਲ ਰਿਐਕਸ਼ਨ ਕਰਾਉਣੀ ਹੈ H2O2 ਨਾਲ। ਕਾਹਦੇ ਨਾਲ ਰਿਐਕਸ਼ਨ ਕਰਾਉਣੀ ਹੈ H2O2 ਨਾਲ ਆਪਾਂ ਇਹਦਾ ਹਾਈਡਰੋਲਿਸਿਸ ਕਰਨਾ। ਟ੍ਰੀਟਮੈਂਟ ਵਿਦ ਅਲਕਲਾਈਨ H2O2 ਨਾਲ ਆਪਾਂ ਟ੍ਰੀਟ ਕਰਾਂਗੇ। ਅਲਕਲਾਈਨ ਮੀਨਸ ਇਨ ਦੀ ਪ੍ਰੈਜ਼ੈਂਸ ਆਫ OH ਨੈਗੇਟਿਵ, ਇਹ ਅਲਕਲਾਈਨ ਹੋ ਗਿਆ। ਜੇ ਐਸਿਡ ਦੀ ਪ੍ਰੈਜ਼ੈਂਸ ਹੋਵੇ ਤਾਂ H ਪੋਜ਼ਿਟਿਵ ਦੀ ਪ੍ਰੈਜ਼ੈਂਸ, ਜੇ ਅਲਕਲਾਈਨ ਹੈ ਤਾਂ OH ਨੈਗੇਟਿਵ ਦੀ ਪ੍ਰੈਜ਼ੈਂਸ। ਤਾਂ ਜਦੋਂ ਆਪਾਂ ਇਹਦੇ ਨਾਲ ਰਿਐਕਸ਼ਨ ਕਰਾਵਾਂਗੇ ਤਾਂ ਜਿਹੜਾ B ਹੈ ਨਾ ਉਹ ਹਟ ਕੇ ਕੀ ਬਣ ਜੂਗਾ OH, ਤਾਂ ਆਪਣੇ ਕੋਲ ਅਲਕੋਹਲ ਬਣ ਗਈ, ਠੀਕ ਹੈ। ਤਾਂ ਅੱਗੇ ਰਿਐਕਸ਼ਨ ਦੇਖੋ, ਆਪਾਂ ਵੈਲਿਊ ਪੁੱਟ ਕਰ ਦਿਓ। ਅਲਕੀਨ ਕੋਈ ਵੀ ਲੈ ਲਓ RCH ਡਬਲ ਬੌਂਡ CH2। ਅਲਕੀਨ ਦਾ ਫਾਰਮੂਲਾ ਤਾਂ ਆਉਂਦਾ ਨਾ ਤੁਹਾਨੂੰ ਡਬਲ ਬੌਂਡ ਹੋਵੇ, ਅਤੇ ਕਾਰਬਨ ਦੀ ਵੈਲੈਂਸੀ 4 ਹੀ ਰੱਖਣੀ ਹੈ, ਹੈ ਨਾ। ਫਿਰ ਉਸ ਤੋਂ ਬਾਅਦ ਬੋਰੇਨ ਦਾ ਫਾਰਮੂਲਾ ਹੁੰਦਾ BH3 ਐਡ ਕਰਤਾ ਇਨ ਦੀ ਪ੍ਰੈਜ਼ੈਂਸ ਆਫ ਟੈਟਰਾ ਹਾਈਡਰੋਫਿਊਰਾਨ THF। ਤਾਂ RCH ਡਬਲ ਬੌਂਡ ਹਟ ਗਿਆ, ਇੱਕ ਨਾਲ H ਐਡ ਹੋ ਜਾਊਗਾ, ਇੱਕ ਨਾਲ BH2 ਐਡ ਹੋ ਜਾਊਗਾ। H ਕਿਹਦੇ ਨਾਲ ਐਡ ਹੋਊਗਾ RCH। ਅੱਛਾ ਇਹ ਵਾਲੀ ਰਿਐਕਸ਼ਨ ਹੈ ਨਾ ਇਹ ਐਂਟੀ ਮਾਰਕੋਨੀਕੋਫ ਹੈ। ਕਿਹੜੀ ਹੈ ਇਹ ਐਂਟੀ ਮਾਰਕੋਨੀਕੋਫ। ਇਹਦੇ ਵਿੱਚ H ਕਿੱਧਰ ਐਡ ਹੋਇਆ ਜਿੱਧਰ ਘੱਟ ਹਾਈਡਰੋਜਨ ਹੈ, ਅਤੇ ਇਹ ਯਾਦ ਰੱਖਣੀ ਹੈ ਨਾ। ਅਤੇ BH2 ਨੈਗੇਟਿਵ ਪਾਰਟ ਕਿੱਧਰ ਹੋਇਆ ਜਿੱਧਰ ਜ਼ਿਆਦਾ ਹਾਈਡਰੋਜਨ ਹੈ। ਫਿਰ ਇੱਕ ਹੋਰ ਮੋਲੀਕਿਊਲ ਅਲਕੀਨ ਦਾ ਐਡ ਹੋਊਗਾ RCH ਡਬਲ ਬੌਂਡ CH2, ਠੀਕ ਹੈ। ਫਿਰ BH2 ਸੀ ਨਾ ਉਹਦਾ ਇੱਕ ਹਾਈਡਰੋਜਨ ਜਿਹੜਾ ਹੈਗਾ ਉਹ ਕਾਹਦੇ ਨਾਲ ਰਿਪਲੇਸ ਹੋ ਗਿਆ ਸਾਰੀ ਦੀ ਸਾਰੀ ਅਲਕੀਨ ਦੇ ਨਾਲ। RCH ਪਹਿਲਾਂ ਆਪਣੇ ਕੋਲ ਅਲਕੀਨ ਸੀਗੀ, ਇੱਕ ਮੋਲੀਕਿਊਲ ਸੀਗਾ, ਹੁਣ ਕਿੰਨੇ ਮੋਲੀਕਿਊਲ ਬਣ ਗਏ CH2 ਦੇ ਕਿੰਨੇ ਮੋਲੀਕਿਊਲਸ ਬਣ ਗਏ 2, ਅਤੇ BH2 ਦੀ ਬਜਾਏ ਕੀ ਰਹਿ ਗਿਆ BH। ਫਿਰ ਇੱਕ ਹੋਰ ਮੋਲੀਕਿਊਲ ਅਲਕੀਨ ਦਾ ਐਡ ਹੋਊਗਾ ਜਦ ਤੱਕ ਇਕੱਲਾ B ਨਹੀਂ ਰਹਿ ਜਾਂਦਾ। ਫਿਰ ਆਪਣੇ ਕੋਲ ਕੀ ਬਣ ਜਾਊਗਾ CH2 ਦੇ 3 ਮੋਲੀਕਿਊਲਸ ਹੋ ਗਏ ਬੋਰੇਨ। ਤਾਂ ਇਹਦੇ 'ਚ ਜਿਹੜਾ ਫਿਰ ਇਹ ਵਾਲਾ ਆਪਣੇ ਕੋਲ ਬਣ ਗਿਆ ਨੀਚੇ ਦੇਖੋ CH2 3 ਟਾਈਮਸ B ਪਲੱਸ 3 ਮੋਲੀਕਿਊਲਸ ਆਪਾਂ ਹਾਈਡਰੋਜਨ ਪੈਰੋਕਸਾਈਡ ਦੇ ਐਡ ਕਰਾਂਗੇ ਇਨ ਦੀ ਪ੍ਰੈਜ਼ੈਂਸ ਆਫ ਵਾਟਰ
OH ਨੈਗੇਟਿਵ। ਤਾਂ ਆਪਣੇ ਕੋਲ 3 ਮੋਲੀਕਿਊਲਸ ਕਾਹਦੇ ਬਣ ਜਾਣਗੇ, B ਹਟ ਕੇ OH ਆ ਜਾਊਗਾ। 3 ਮੋਲੀਕਿਊਲਸ ਅਲਕੋਹਲ ਦੇ ਬਣ ਜਾਣਗੇ, RCH2CH2OH ਪਲੱਸ ਬੋਰਿਕ ਐਸਿਡ ਬਣ ਜਾਊਗਾ। ਠੀਕ ਹੈ, ਜਿਵੇਂ ਐਗਜ਼ਾਮਪਲ ਦੇਖੋ, R ਦੀ ਵੈਲਿਊ ਤੁਸੀਂ ਪੁੱਟ ਕਰ ਦਿਓ ਹੈ ਨਾ। ਇਹ ਆਪਣੇ ਕੋਲ ਪ੍ਰੋਪੀਨ ਹੈ, CH3CH, ਕਿਹੜੀ ਅਲਕੀਨ ਹੈਗੀ ਹੈ, ਪ੍ਰੋਪੀਨ। BH3 ਦੀ ਪ੍ਰੈਜ਼ੈਂਸ ਟੈਟਰਾਹਾਈਡਰੋਫਿਊਰਾਨ। ਤਾਂ ਆਪਣੇ ਕੋਲ ਕੀ ਬਣ ਜੂਗਾ, 3 ਮੋਲੀਕਿਊਲਸ CH3 CH2 ਦੇ 3 ਮੋਲੀਕਿਊਲਸ ਬੋਰਨ, H2O2 ਦੀ ਪ੍ਰੈਜ਼ੈਂਸ ਵਿੱਚ ਆਪਣੇ ਕੋਲ 3 ਪ੍ਰੋਪੇਨ 1 ਮੋਲ ਬਣ ਗਏ। ਓਕੇ, ਆ ਨੀਚੇ ਵਾਲੀ ਤੁਸੀਂ ਆਪੇ ਕਰ ਲਿਓ। ਉਸ ਤੋਂ ਬਾਅਦ ਇੱਕ ਹੋਰ ਮੈਥਡ ਹੈਗਾ ਵਾ ਆਕਸੀ ਮਰਕਿਊਰੇਸ਼ਨ, ਡੀਮਰਕਿਊਰੇਸ਼ਨ। ਪਹਿਲਾਂ ਮਰਕਿਊਰੇਸ਼ਨ ਕਰਾਂਗੇ, ਫਿਰ ਆਪਾਂ ਪਹਿਲਾਂ ਮਤਲਬ ਐਡ ਕਰਾਂਗੇ, ਮਰਕਿਊਰੇਸ਼ਨ ਕਰਾਂਗੇ, ਫਿਰ ਆਪਾਂ ਹਟਾ ਦਾਂਗੇ। ਤਾਂ ਇਹਦੇ ਵਿੱਚ ਕੀ ਹੈਗੀ ਹੈ, ਅਲਕੀਨਸ, ਇਹ ਵੀ ਅਲਕੀਨਸ ਤੋਂ ਹੀ ਹੈ, ਸਾਰੇ ਮੈਥਡ ਅਲਕੀਨਸ ਤੋਂ ਹੀ ਆ। ਪਹਿਲਾਂ ਅਲਕੀਨਸ ਦੀ ਆਪਾਂ ਇੰਟਰੈਕਟ ਪ੍ਰੋਸੈਸ ਕੀਤੀ, ਐਸਿਡ ਕੈਟਾਲਾਈਜ਼ਡ, ਫਿਰ ਆਪਾਂ ਡਾਇਰੈਕਟ ਵਾਟਰ ਐਡ ਕੀਤਾ, ਫਿਰ ਆਪਾਂ ਅਲਕੀਨਸ ਦੀ ਕੀ ਕੀਤੀ, ਸਲਫਿਊਰਿਕ ਐਸਿਡ ਨਾਲ ਕੀਤੀ, ਫਿਰ ਆਪਾਂ ਕਾਹਦੇ ਨਾਲ ਕੀਤੀ, ਹਾਈਡਰੋਬੋਰੇਸ਼ਨ ਕੀਤੀ। ਹੁਣ ਆਪਾਂ ਅਲਕੀਨਸ ਦੀ ਕਰ ਰਹੇ ਹਾਂ ਆਕਸੀਮਰਕਿਊਰੇਸ਼ਨ, ਡੀਮਰਕਿਊਰੇਸ਼ਨ। ਤਾਂ ਅਲਕੀਨਸ ਰਿਐਕਟ ਵਿਦ ਮਰਕਿਊਰਿਕ ਐਸੀਟੇਟ। ਮਰਕਿਊਰਿਕ ਐਸੀਟੇਟ ਦਾ ਫਾਰਮੂਲਾ ਹੁੰਦਾ CH3COO। ਐਸੀਟੇਟ ਦਾ ਕੀ ਫਾਰਮੂਲਾ ਹੁੰਦਾ ਹੈ, CH3COO। Hg ਹੈ ਤਾਂ 2 ਟਾਈਮਸ ਆ ਗਿਆ, CH3COO 2 ਟਾਈਮਸ Hg। ਇਹਨੂੰ ਆਪਾਂ ਕਹਿੰਦੇ ਆ ਮਰਕਿਊਰਿਕ ਐਸੀਟੇਟ। ਆਪਾਂ OAC ਵੀ ਪਾ ਸਕਦੇ ਹਾਂ। ठीक है, C डबल बॉन्ड C प्लस वाटर प्लस मरक्यूरिक एसीटेट इन द प्रेजेंस ऑफ टेट्राहाइड्रोफ्यूरान ऑक्सी मरक्यूरेशन होगी। की होगी, C दे नाल अपने कोल की लग गया हुण, वो डबल बॉन्ड हट जूगा, C दे नाल OH लग गया, तो अपने कोल दूजी C दे नाल की लग गया HgOAC। इनू आपां कहंदे आ ऑक्सी। इत्थे एक बॉन्ड सिंगल विच हैगा, इत्थे शो नहीं होया, तुसीं कर लो। मेरी बुक च है नहीं गा विच बॉन्ड CC दे सिंगल बॉन्ड, अच्छा मेरी बुक च है नहीं। ऑक्सी मरक्यूरेशन प्रोडक्ट बन गई। ठीक है, की बन गई, ऑक्सी मरक्यूरेशन प्रोडक्ट बन गई। तो इनू आपां की करांगे, सोडियम बोरोहाइड्राइड दे नाल आपां इनू रिडक्शन करांगे, डीमरक्यूरेशन हो जूगी। की हो जूगी, HgOAC जिथे है ना, उत्थे की लग जूगा H, अल्कोहल बन गई। ठीक है, तो ये पहला OH होया, फिर H ऐड होया। ये मार्कोनिकोफ रूल के अकॉर्डिंग है, कादे अकॉर्डिंग हैगी है, अल्कीन ले लीए, पेंटवानीन ली है, CH3CH2CH2CH डबल बॉन्ड CH2, 5 कार्बन है, पेंटवानीन है। तो मरक्यूरिक एसीटेट तो टेट्राहाइड्रोफ्यूरेन की प्रेजेंस में की बन जूगा CH3CH2 2 टाइम्स ही डबल बॉन्ड नाल एडिशन होनी है ना, डबल बॉन्ड वाली कार्बना CH के नीचे की लग जूगा OH, तो CH2 के नीचे की लग जूगा HgOAC। फिर रिडक्शन कर दो, तो CH3CH2 OH लग्या होया सी, HgOAT मतलब डीमरक्यूरेशन हो गई, मरकरी वाला पार्ट रिमूव हो गया, इत्थे की लग गया H ऐड हो गया, CH3 बन गया। ठीक है, पहला OH ऐड होया, फिर की ऐड होया H, तो अल्कोहल बन गई। समझ लगी, ऑक्सी मरक्यूरेशन, डीमरक्यूरेशन ये हो गई। हम एक लास्ट रह गई अपने को फ्रॉम एलिफेटिक प्राइमरी अमीन्स। आप काहदे तो बना सकते हैं, अमीन्स का फार्मूला होंदा है RNH2 अमीन्स होंदियां। तो फंक्शनल ग्रुप है NH2 अमीन्स का, तो जां तुसीं लिख सकते हो RCH2NH2। ठीक है, कार्बनिक वध गया। तो प्लस आप की करांगे, आप रिएक्शन करावांगे नाइट्रस एसिड तो HCl नाल, NaNO2 HCl। तो अपने कोल की हैगा देखो, नाइट्रस एसिड होंदा HNO2। जो सोडियम नाइट्रेट NaNO2 तो HCl नूं आपस ऐड किया ना, तो ये जिहड़ा हैगा HONO बन जाता है। की बन जाता है, नाइट्रस एसिड बन जाता है HNO2। तो ये HNO2 किवें ऐड होगा, HNO2 नूं खोल के लिख लो HONO। ठीक है, तो RCH2 के उपर OH चला जाऊगा, नाइट्रोजन के उपर नाइट्रोजन चली जाऊगी, H2 के उपर की चला जाऊगा O। अरे आप पार्ट कर ले, HONO के की कर ले, पार्ट कर ले। RCH2 के उपर की चला गया OH, तो नाइट्रोजन के उपर की चला गया नाइट्रोजन, तो हाइड्रोजन के उपर की चला गया ऑक्सीजन। तो जोड़ा RCH2 के उपर OH गया सी, तो की बन गया RCH2OH, अल्कोहल बन गई। नाइट्रोजन के उपर नाइट्रोजन लग गया सीगा, N2 बन गया, H2 के उपर O सीगा, वाटर बन गया। तो अपने कल अल्कोहल तैयार होगी फ्रॉम अमीन्स।
ਠੀਕ ਹੈ। ਇਹ ਮੈਥਡਸ ਆਫ ਪ੍ਰੈਪਰੇਸ਼ਨ ਆਫ ਅਲਕੋਹਲਸ ਹੋ ਗਏ। ਇਹ ਤੁਸੀਂ ਘਰੇ ਪ੍ਰੈਕਟਿਸ ਕਰਨੀ ਹੈ, ਯਾਦ ਕਰਨੀ ਹੈ, ਲਿਖਣੀ ਹੈ ਅਤੇ ਇਹ ਤੁਹਾਨੂੰ ਮਤਲਬ ਆਉਂਦੇ ਹੋਣ। ਫਿਰ ਕੱਲ੍ਹ ਨੂੰ ਮੈਂ ਤੁਹਾਨੂੰ ਫਿਨੋਲਸ ਦੇ ਮੈਥਡਸ ਆਫ ਪ੍ਰੈਪਰੇਸ਼ਨ, ਫਿਨੋਲਸ ਦੀਆਂ ਨਾ ਸਪੈਸ਼ਲ ਰਿਐਕਸ਼ਨਸ ਹੈ ਪਿੱਛੇ, ਉਹ ਵੈਰੀ ਵੈਰੀ ਇੰਪੋਰਟੈਂਟ ਹੈ ਕਿਉਂਕਿ ਟਾਈਮ ਤੁਹਾਡਾ ਰਹਿ ਗਿਆ। ਤੁਸੀਂ ਜੇ ਨਾ ਅੱਗੋਂ ਵੀ ਆਪੇ ਕਰ ਸਕਦੇ ਹੋ, ਇੰਨਾ ਤਾਂ ਕਰਨਾ ਹੀ ਕਰਨਾ ਮੈਂ, ਤੁਸੀਂ ਜਿੰਨਾ ਕੁ ਆਪੇ ਚੈਪਟਰ ਕਰ ਸਕਦੇ ਹੋ ਕਰਕੇ ਆਇਓ। ਕੱਲ੍ਹ ਨੂੰ ਅਗਲੀਆਂ ਨਾ ਫਿਨੋਲਸ ਦੀਆਂ ਪ੍ਰੈਪਰੇਸ਼ਨ ਸੇਮ ਹੀ ਹੈ, ਇਹਦੇ ਵਾਲੀਆਂ ਹੀ ਹੈ, ਬਸ ਰਿੰਗ ਆ ਜੂਗੀ। ਆਰ ਦੀ ਜਗ੍ਹਾ 'ਤੇ ਕੀ ਆ ਜੂਗਾ, ਏ ਆਰ ਮਤਲਬ ਬੈਂਜ਼ੀਨ ਰਿੰਗ। ਤਾਂ ਬਾਕੀ ਸਾਰੀਆਂ ਪ੍ਰੈਪਰੇਸ਼ਨ ਸੇਮ ਹੀ ਹੈ। ਤੁਸੀਂ ਕੋਸ਼ਿਸ਼ ਕਰਿਓ ਉਹ ਵੀ ਕਰਕੇ ਆਇਓ ਤਾਂ ਜੋ ਮੈਂ ਅੱਗੋਂ ਤੁਹਾਨੂੰ ਕੈਮੀਕਲ ਪ੍ਰੋਪਰਟੀਜ਼ ਕਰਾ ਦੇਵਾਂ। ਇਹ ਪ੍ਰੈਪਰੇਸ਼ਨ ਖਤਮ ਹੋ ਜਾਣ, ਫਿਰ ਮੈਂ ਤੁਹਾਨੂੰ ਕੱਲ੍ਹ ਨਾਲ ਅਲਕੋਹਲ ਅਤੇ ਫਿਨੋਲਸ ਦੀਆਂ ਨਾ ਕੈਮੀਕਲ ਪ੍ਰੋਪਰਟੀਜ਼ ਕਰਾ ਦਾਂ। ਫਿਨੋਲ ਦੀਆਂ ਬਹੁਤ ਇੰਪੋਰਟੈਂਟ ਹੈ ਕੈਮੀਕਲ ਪ੍ਰੋਪਰਟੀਜ਼, ਠੀਕ ਹੈ। ਤਾਂ ਤੁਸੀਂ ਇੰਨਾ ਕੰਮ ਕਰਕੇ ਆਇਓ, ਓਕੇ।